किछ आहे ना मोरा, अवसर लज्जा राख लेह, सधना जन तोरा। धर्मा दे ठाडे दरबार, तुझ बिन सुध करे को मेरी। दर्शन दीजे और की वार, सतनाम श्री वाहिगुरु साहिब जीओ। वडहंस महता तीजा, माया मोह सब परद है। दूजे भाए खुआई रामा, माता पिता सब हित है। हेते परचाई रामा, माया मोह सब परद है। दूजे भाए खुआई रामा, माता पिता सब हित है। हेते परचाई रामा, हेते परचाई पुरब कमाई। मेट न सकै कोई, जिन सृष्ट साजी सो कर विखै। तिस देवड़ अवर ना कोई, मनमुख अंधा तपत है। मनमुख अंधा तप तप खपै। बिन शब्द शांत न आई, नानक बिन नावै सब कोई भुला। माया मोह खुआई, मनमुख अंधा तप तप खपै। बिन शब्द शांत न आई, नानक बिन नावै सब कोई भुला। माया मोह खुआई। वाहिगुरू जी का खालसा, वाहिगुरू जी की फतेह। सतगुरु पातशाह साहब जी दे पावन दरबार दियां हाਜ਼ਰੀਆਂ करदे गुरु पातशाह साहब जी दे अपने ही निज पावन स्वरूप शब्द नाल चित ला के जद आप सावधान ते एकाग्र चित होए जुड़ मिल बैठे हो। पातशाह गुरुदेव जी दियां बेअंत महल जो सत संगत विच सदा ਵਰਤਦੀਆਂ ਹਨ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ। ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੁੰਦਾ ਹੈ। ਸਾਡੇ ਵਡੇਰਿਆਂ ਨੇ ਸਦਾ ਹੀ ਇਸ ਪਾਵਨ ਸ਼ਬਦ ਨੂੰ ਸ਼੍ਰੀ ਮੁਖਵਾਕ ਦੇ ਰੂਪ 'ਚ ਮਾਣਿਆ ਅਤੇ ਸ਼੍ਰੀ ਮੁਖਵਾਕ ਦਾ ਭਾਵ ਹੈ ਜੋ ਕਰਤਾ ਪੁਰਖ ਵਾਹਿਗੁਰੂ ਜੀ ਦੇ ਮੁਖੋਂ ਪ੍ਰਾਪਤ ਹੁੰਦਾ ਹੈ। ਇਹ ਠੀਕ ਹੈ ਕਿ ਅਸੀਂ ਕਹਿਣ ਸੁਣਨ ਨੂੰ ਇਸ ਕਹਿੰਦੇ ਹਾਂ ਕਿ ਦੇਖੋ ਜੀ ਸ਼ਬਦ ਰੋਜ਼ ਆਉਂਦਾ ਹੈ, ਰੋਜ਼ ਸ਼ਬਦ ਪੜ੍ਹਿਆ ਜਾਂਦਾ ਹੋਵੇਗਾ, ਬਹੁਤੇ ਜੀਆਂ ਨੂੰ ਸ਼ਬਦ ਯਾਦ ਹੋਵੇਗਾ। ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਯਾਦ ਹੋਣਾ ਚੰਗੀ ਗੱਲ ਹੈ, ਪਰ ਰੋਜ਼ਾਨਾ ਇਸ ਦੇ ਭਾਵ ਨੂੰ ਸੱਤ ਕਰਕੇ ਸਮਝਣਾ ਵੱਡੀ ਗੱਲ ਹੈ। ਨਹੀਂ ਤਾਂ ਬਹੁਤ ਵਾਰੀ ਸਾਨੂੰ ਸ਼ਬਦ ਯਾਦ ਹੁੰਦੇ ਨੇ, ਬਸ ਯਾਦ ਹੀ ਹੁੰਦੇ ਨੇ, ਉਹ ਗਿਆਨ ਦੇ ਖੇਤਰ 'ਚ ਹੁੰਦੇ ਨੇ, ਧਿਆਨ 'ਚ ਕਦੇ ਉਤਰਦੇ ਹੀ ਨਹੀਂ। ਮੰਨ ਲਿਆ ਅਸੀਂ ਸਾਰੇ ਜੀਵਨ ਲਗਭਗ ਚੌਪਈ ਸਾਹਿਬ ਜੀ ਕੀ ਬਾਣੀ ਯਾਦ ਹੈ, ਪਹਿਲੀਆਂ ਤੁਕਾਂ ਯਾਦ ਨੇ, ਪਰ ਫਿਰ ਵੀ ਅਸੀਂ ਕੀ ਕਰਦੇ ਹਾਂ? ਅਸੀਂ ਭਟਕਦੇ ਹਾਂ, ਵਿਚਰਦੇ ਹਾਂ ਇੱਧਰ ਉੱਧਰ। ਕਹਿੰਦੇ ਰੋਜ਼ਾਂ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਪਰ ਇੱਛਾ ਪੂਰੀ ਕਰਨ ਵਾਸਤੇ ਇੱਧਰ ਉੱਧਰ ਭਟਕਦੇ ਹਾਂ, ਕਲਪਦੇ ਹਾਂ। ਗੁਰੂਦੇਵ ਕਿਰਪਾ ਕਰਨ ਸਾਨੂੰ ਸ਼ਬਦ ਸਮਝ ਆ ਜਾਏ ਜਿਸ ਦੇ ਭਾਵਾਂ ਦੇ ਵਿੱਚ ਇਹੀ ਗੱਲ ਸਮਝ ਆਉਂਦੀ ਹੈ ਕਿ ਗੁਰ ਕਰਤਾ ਪੁਰਖ ਹੀ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ ਨੇ, ਮਾਤਾ ਪਿਤਾ ਦੇ ਰੂਪ ਵਿੱਚ, ਗਿਆਨ ਉਪਦੇਸ਼ਕ ਦੇ ਰੂਪ ਵਿੱਚ, ਹਰ ਰੂਪ ਵਿੱਚ ਹਰ ਪਿਆਰ ਵਰਤਾਉਂਦੇ ਨੇ। ਅਤੇ ਆਸਾਨ ਇਸ ਪਿਆਰ ਨੂੰ ਮੰਨਣਾ ਹੈ, ਉਸ ਪਿਆਰ ਨੂੰ ਜਾਣਨਾ ਹੈ, ਉਸ ਪਿਆਰ ਦੇ ਗਹਿਰਾਈ ਵਿੱਚ ਉਤਰਨਾ ਹੈ। ਅਤੇ ਅੱਜ ਲੜੀ 'ਚ ਇਹਨਾਂ ਗੱਲਾਂ ਦੀ ਪ੍ਰਕਲਿਕ ਵਿਆਖਿਆ ਕੀਤੀ ਹੈ। ਮਹਾਰਾਜ ਕਹਿੰਦੇ ਨੇ ਕਿ ਸੰਸਾਰ ਦਾ ਸਾਰਾ ਪਦਾਰਥ ਅੱਜ ਜਿਤਨਾ ਵੀ ਪਸਾਰਾ ਅਸੀਂ ਤੁਸੀਂ ਵੇਖ ਰਹੇ ਹਾਂ, ਇਹ ਸਾਰਾ ਕੁਝ ਮਾਇਆ ਦੇ ਅਧੀਨ ਹੈ। ਸਿਆਣੇ ਮੰਨਦੇ ਨੇ ਕਿ ਸਾਰੇ ਪਸਾਰੇ ਦੇ ਵਿੱਚ ਦੋ ਹੀ ਸਰੂਪ ਨੇ ਜਿਹੜੇ ਵਰਤ ਰਹੇ ਨੇ, ਔਰ ਉਹਨਾਂ ਦੋਨਾਂ ਸਰੂਪਾਂ ਦੇ ਵਿੱਚੋਂ ਇੱਕ ਸਰੂਪ ਹੈ ਮਾਇਆ ਦਾ, ਇੱਕ ਸਰੂਪ ਹੈ ਪ੍ਰਭੂ ਜੀ ਦਾ। ਥੋੜ੍ਹਾ ਜਿਹਾ ਹੋਰ ਅੱਗੇ ਜਾਈ ਤਾਂ ਪਤਾ ਲੱਗਦਾ ਤਾਕਤ ਮਾਇਆ ਦੇ ਪਿੱਛੇ ਜੋ ਵਰਤ ਰਹੀ ਹੈ ਉਹ ਵੀ ਕਰਤਾ ਪੁਰਖ ਦੀ ਹੈ, ਕਿਉਂਕਿ ਕਰਤਾ ਪੁਰਖ ਦੀ ਤਾਕਤ ਤੋਂ ਬਿਨਾਂ, ਉਹਦੀ ਸੱਤਾ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ। ਮਾਇਆ ਵੀ ਉਹਦੀ ਹੈ, ਪਰ ਮਾਇਆ ਦਾ ਧਰਮ ਆਪਣਾ ਹੈ, ਮਾਇਆ ਦਾ ਕਰਤੱਵ ਆਪਣਾ ਹੈ। ਜਿਵੇਂ ਅਸੀਂ ਸਮਝਣ ਵਾਸਤੇ ਕਈ ਵਾਰ ਉਦਾਹਰਣ ਵਰਤੇ ਨਹੀਂ ਸਮਝੇ ਸ਼ਾਇਦ, ਕਿ ਮਾਲੀ ਇੱਕੋ ਹੁੰਦਾ ਹੈ, ਉਹਦੇ ਕੋਲ ਪਾਣੀ ਇੱਕ ਹੈ, ਖਾਦ ਇੱਕ ਹੈ, ਪਰ ਇੱਕ ਗੁਲਾਬ ਖਿਲਦਾ ਹੈ, ਬੜਾ ਸੋਹਣਾ ਖੂਬਸੂਰਤ ਹੈ, ਖੁਸ਼ਬੂਦਾਰ ਹੈ, ਪਰ ਉਹਦੇ ਨਾਲ ਉਸਨੇ ਕੁਝ ਕੰਡਿਆਲੀ ਵਾੜ ਵੀ ਤਾਂ ਲਾਈ ਹੈ, ਅਤੇ ਕੰਡਿਆਲੀ ਵਾੜ ਦੇ ਕੰਡੇ ਬੜੇ ਵਧੀਆ ਨੇ, ਉਹਦੇ ਕੰਡੇ ਬੜੇ ਤਿੱਖੇ ਨੇ। ਕਿਆ ਮਜ਼ਾਲ ਹੈ ਕੋਈ ਪਸ਼ੂ ਪਕਸ਼ੀ ਜੀ ਉਸ ਕੰਡਿਆਲੀ ਵਾੜ ਦੇ ਵਿੱਚੋਂ ਲੰਘ ਆਏ। ਨਿੰਮ ਕੌੜੀ ਬਹੁਤ ਹੈ, ਅੰਬ ਮਿੱਠੇ ਬਹੁਤ ਨੇ, ਪਾਣੀ ਇੱਕ ਹੈ, ਖਾਦ ਇੱਕ ਹੈ, ਸੁਭਾਅ ਵਿਪਰੀਤ ਨੇ। ਇਸੇ ਤਰ੍ਹਾਂ ਕਰਤਾ ਪੁਰਖ ਦੀ ਮੂਲ ਸੱਤਾ ਇੱਕ ਹੈ। ਮੂਲ ਸੱਤਾ ਇੱਕ ਤੋਂ ਅੱਗੇ ਉਹਦੇ ਕਈ ਰੂਪ ਬਦਲਦੇ ਨੇ। ਅਸੀਂ ਆਪਣੇ ਘਰਾਂ 'ਚ ਏਸੀ ਚਲਾਉਂਦੇ ਹਾਂ, ਸਾਡੇ ਘਰ 'ਚ ਹੀਟਰ ਚੱਲਦਾ ਹੈ, ਉਹਨਾਂ ਦਾ ਵਿਪਰੀਤ ਵਿਰੋਧ ਹੈ। ਇੱਕ ਅਤਿਅੰਤ ਗਰਮੀ ਪੈਦਾ ਕਰਦਾ ਹੈ, ਇੱਕ ਅਤਿਅੰਤ ਸਰਦੀ ਪੈਦਾ ਕਰਦਾ ਹੈ, ਪਰ ਮੂਲ ਸੱਤਾ ਦੋਨਾਂ ਦੇ ਪਿੱਛੇ ਇੱਕ ਹੈ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਕਿ ਮੂਲ ਸੱਤਾ ਕਰਤਾ ਪੁਰਖ ਵਾਹਿਗੁਰੂ ਜੀ ਦੀ ਆਪਣੀ ਹੈ, ਫਿਰ ਉਹ ਭਟਕਣਾ ਤੋਂ ਮਿਟ ਜਾਂਦੇ ਨੇ। ਉਹਨਾਂ ਦੇ ਉੱਤੇ ਮਾਇਆ ਦਾ ਫਿਰ ਵਿਕਰਤ ਪ੍ਰਭਾਵ ਨਹੀਂ ਪੈਂਦੇ। ਉਹ ਮਾਇਆ ਦੇ ਧਰਮ ਨੂੰ, ਮਾਇਆ ਦੇ ਸੁਭਾਅ ਨੂੰ ਸਮਝ ਜਾਂਦੇ ਨੇ ਵੀ ਇਹਦਾ ਇਹ ਕੰਮ ਹੈ ਭਾਈ, ਠੀਕ ਹੈ, ਇਹਦਾ ਕਰਤੱਵ ਹੈ,
ਅਸੀਂ ਤਾਂ ਅੱਗੇ ਜਾਣਾ, ਸਾਡਾ ਰਸਤਾ ਤਾਂ ਹੋਰ ਹੈ, ਅਸੀਂ ਤਾਂ ਵੀ ਪਰ ਜਾਣਾ ਇਹਦੇ ਵਿੱਚ ਦੀ ਹੋ ਕੇ ਹੈ। ਸਾਡਾ ਰਸਤਾ ਉਹ ਨਹੀਂ ਕਿ ਅਸੀਂ ਪਹਾੜ 'ਤੇ ਚੜ੍ਹ ਜਾਣਾ, ਨਹੀਂ ਅਸੀਂ ਘਰ ਪਰਿਵਾਰ ਸੰਸਾਰ ਵਿੱਚ ਹੀ ਰਹਿਣਾ। ਸ਼ਾਇਦ ਇਸੇ ਕਰਕੇ ਲੋਕਾਂ ਨੇ ਜੋ ਮਾਇਆ ਦੀ ਵਿਆਖਿਆ ਕੀਤੀ, ਜੋ ਗੁਰੂ ਨਾਨਕ ਬਾਣੀ ਵਿੱਚ ਮਾਇਆ ਦੀ ਵਿਆਖਿਆ ਹੈ ਉਹਦੇ 'ਚ ਭੇਤ ਹੈ। ਲੋਕਾਂ ਨੇ ਕੇਵਲ ਰੁਪਇਆਂ ਨੂੰ ਮਾਇਆ ਕਹਿ ਕੇ ਪਰਾਂ ਹਟ ਗਏ। ਵੇਖੋ ਜੀ, ਅੱਜ ਵੀ ਅਸੀਂ ਬੋਲਚਾਲ 'ਚ ਇਹੀ ਕਹਿੰਦੇ ਹਾਂ, ਅਸੀਂ ਬਾਜ਼ਾਰ ਵਿੱਚ ਲੈਣ ਦੇਣ ਕਰਦੇ ਹਾਂ, ਕਿਸੇ ਤੋਂ ਰੁਪਏ ਦੀ ਕੀਮਤ ਪੁੱਛਦੇ, ਕਿੰਨੀ ਮਾਇਆ ਦਈ ਹੈ, ਅਸੀਂ ਤਾਂ ਪੁੱਛਦੇ ਹਾਂ ਕਿੰਨੀ ਮਾਇਆ ਲਓਗੇ, ਕਿਉਂਕਿ ਸਾਡੇ ਜਿਹਨ, ਸਾਡੇ ਦਿਲੋਂ ਦਿਮਾਗ 'ਤੇ ਮਾਇਆ ਦਾ ਮਤਲਬ ਰੁਪਏ ਪੈਸੇ ਛਪਿਆ ਹੋਇਆ ਹੈ, ਛਾ ਚੁੱਕਾ ਹੈ, ਔਰ ਇਹ ਸਦੀਆਂ ਤੋਂ ਹੈ, ਯੁਗਾਂਤਰਾਂ ਤੋਂ ਹੈ। ਔਰ ਸਾਰੇ ਸਿਆਣੇ ਮੰਨਦੇ ਨੇ ਜਿਹੜੀਆਂ ਗੱਲਾਂ ਲੰਬੇ ਸਮੇਂ ਤੋਂ ਸਾਡੇ ਆਲੇ ਦੁਆਲੇ ਵਰਤਦੀਆਂ ਨੇ, ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਚਾਹੁੰਦਿਆਂ ਨਾ ਚਾਹੁੰਦਿਆਂ ਉਹਨਾਂ ਦਾ ਪ੍ਰਭਾਵ ਸਾਡੇ 'ਤੇ ਪੈਂਦਾ ਹੈ। ਜਿਹੜੇ ਥੋੜ੍ਹੇ ਜਿਹੇ ਇਸ ਪਾਸੇ ਵਿਗਿਆਨਕ ਤਕਨੀਕ ਦੇ ਨਾਲ ਲੱਭਦੇ ਨੇ, ਉਹ ਕਹਿੰਦੇ ਨੇ ਇਹ ਚੀਜ਼ਾਂ ਜੈਨੇਟਿਕ ਹੋ ਜਾਂਦੀਆਂ ਨੇ, ਸਾਡੇ ਜੀਨਸ 'ਤੇ ਇਹਨਾਂ ਦਾ ਅਸਰ ਹੋ ਜਾਂਦਾ ਹੈ, ਜਿਸ ਨੂੰ ਅਸੀਂ ਦਾਰਸ਼ਨਿਕ ਅਤੇ ਧਾਰਮਿਕ ਰੂਹ ਮੰਡਲਾਂ ਵਿੱਚ ਕਹਿ ਦਿੰਦੇ ਹਾਂ ਰੂਹਾਂ ਅਤੇ ਸੰਸਕਾਰਾਂ ਦਾ ਪ੍ਰਭਾਵ ਹੈ। ਡਾਕਟਰ ਜੈਨੇਟਿਕ ਕਹਿ ਰਿਹਾ ਹੈ, ਕੋਈ ਇਸ ਨੂੰ ਜੀਨਸ ਦੇ ਪ੍ਰਭਾਵਾਂ 'ਚ ਕਹਿ ਰਿਹਾ ਹੈ, ਕੋਈ ਇਸ ਨੂੰ ਰੂਹਾਂ ਦੇ ਸੰਸਕਾਰਾਂ ਦੇ ਰੂਪ 'ਚ ਕਹਿ ਰਿਹਾ ਹੈ। ਦਰਅਸਲ ਇਹ ਉਹ ਗੱਲਾਂ ਨੇ, ਭਾਵੇਂ ਚੰਗੀਆਂ ਅਤੇ ਭਾਵੇਂ ਮੰਦੀਆਂ, ਜਿਹੜੇ ਸਾਡੇ ਆਲੇ ਦੁਆਲੇ ਰਹਿੰਦੀਆਂ ਨੇ, ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਹਾਂ। ਅਤੇ ਗੁਰੂ ਕੀ ਸਿੱਖਿਆ ਦਾ ਮਤਲਬ ਹੁੰਦਾ ਹੈ ਆਲੇ ਦੁਆਲੇ ਦੀਆਂ ਚੀਜ਼ਾਂ ਉੱਥੇ ਹੀ ਰਹਿਣ, ਤੁਸੀਂ ਆਪਣੇ ਮਤਲਬ ਦੀ ਗੱਲ ਸਿੱਖੋ ਅਤੇ ਸਿੱਖ ਕੇ ਅੱਗੇ ਚਲੇ ਜਾਓ। ਅਗਿਆਨਤਾ, ਨਾਦਾਨੀਆਂ ਉੱਥੇ ਹੀ ਰਹਿੰਦੀਆਂ ਨੇ, ਬਚਪਨ ਉੱਥੇ ਹੀ ਰਹਿ ਜਾਂਦਾ ਹੈ, ਪਰ ਜਿਉਂ-ਜਿਉਂ ਸਿੱਖਿਆਰਥੀ ਸਿੱਖਦਾ ਜਾਂਦਾ ਹੈ, ਉਹ ਬਚਪਨ ਦੀਆਂ ਨਾਦਾਨੀਆਂ ਛੱਡਦਾ ਜਾਂਦਾ ਹੈ, ਗਲਤੀਆਂ ਛੱਡਦਾ ਜਾਂਦਾ ਹੈ, ਉਹ ਅੱਗੇ ਤੁਰਿਆ ਜਾਂਦਾ ਹੈ। ਉਹ ਉਹਦੇ ਕੱਚ ਦੇ ਖਿਡੌਣੇ ਟੁਕੜੇ, ਨਿੱਕੇ ਮੋਟੇ ਮਿੱਟੀ ਦੇ ਖਿਡੌਣੇ ਉੱਥੇ ਹੀ ਰਹਿ ਜਾਂਦੇ ਨੇ, ਕਿਸੇ ਦੂਜੇ ਦੇ ਕੰਮ ਆ ਜਾਂਦੇ ਨੇ, ਉਹ ਅਗਾਂਹ ਲੰਘ ਜਾਂਦਾ ਹੈ। ਜੇ ਉਸ ਨੂੰ 10-20 ਸਾਲ ਪੁੱਛੀਏ ਵੀ ਤੇਰਾ ਸਮਾਨ ਹੈ, ਕਹੇਗਾ ਬਚਪਨ 'ਚ ਸੀ। ਕਿਹਾ ਬਸ ਉਹਨੂੰ ਪਤਾ ਹੈ ਕਿ ਬਚਪਨ 'ਚ ਹੀ ਚਾਹੀਦਾ ਸੀ। ਇਸੇ ਤਰ੍ਹਾਂ ਸੰਸਾਰ ਨੂੰ ਚਲਾਉਣ ਵਾਸਤੇ ਇਹ ਮਾਇਆ ਵੀ ਅਤ ਲੋੜੀਂਦੀ ਹੈ, ਮਾਇਆ ਚਾਹੀਦੀ ਹੈ। ਆ ਸੰਸਾਰ ਵਿੱਚ ਜੇ ਕਮਲ ਖਿੜਨਾ ਹੈ ਤਾਂ ਚਿੱਕੜ ਚਾਹੀਦਾ ਹੈ, ਇਸ ਤਰ੍ਹਾਂ ਮਾਇਆ ਚਾਹੀਦੀ ਹੈ। ਪਰ ਮਾਇਆ ਦਾ ਇੱਕ ਧਰਮ ਹੈ, ਮਾਇਆ ਦਾ ਇੱਕ ਸੁਭਾਵ ਹੈ, ਅਤੇ ਅਸਾਂ ਨੇ ਮਾਇਆ ਦੇ ਉਸ ਸੁਭਾਵ ਨੂੰ ਪਕੜਨਾ ਹੈ। ਅਤੇ ਅੱਜ ਸਭ ਕਹਿੰਦੇ ਨੇ ਇੱਕ ਗੱਲ ਸਮਝ ਲਈਏ, ਮਾਇਆ ਮੋਹ ਸਭ ਬਰਲ ਹੈ। ਬਰਲ ਕਹਿੰਦੇ ਨੇ, ਪੁਰਾਣਾ ਬੜਾ ਸ਼ਬਦ ਹੈ ਪੰਜਾਬੀ ਦਾ, ਜੋ 500-600 ਸਾਲ ਪਹਿਲਾਂ ਲੋਕ ਵਰਤਦੇ ਸਨ। ਅੱਜ ਇਹਦੇ ਥਾਂ 'ਤੇ ਸ਼ਬਦ ਪੰਜਾਬੀ 'ਚ ਆ ਗਿਆ ਝੱਲਪੁਣਾ। ਆ ਕਦੇ ਕਦੇ ਕਹਿੰਦੇ ਕੀ ਝੱਲਪੁਣਾ ਖਿਲਾਰਦੇ ਹੋ, ਅਸੀਂ ਆਪਣੇ ਘਰਾਂ 'ਚ ਸ਼ਬਦਾਂ ਵਰਤਿਆ ਜਾਂਦਾ ਝੱਲਪੁਣਾ। ਮਾਇਆ ਦਾ ਮੋਹ ਕੀ ਹੈ? ਜਿਵੇਂ ਕੋਈ ਵਿਅਕਤੀ ਝੱਲਪੁਣਾ ਖਿਲਾਰਦਾ ਹੈ ਅਤੇ ਕੀ ਕਹਿੰਦਾ ਕੀ ਝੱਲੇ ਹੋ ਗਏ ਹੋ, ਉਹ ਬਰਲ ਹੈ। ਸ਼ਾਇਦ ਆਪ ਨੂੰ ਪੜ੍ਹਦਿਆਂ ਪੜ੍ਹਦਿਆਂ ਯਾਦ ਹੋਵੇ, ਮਹਾਰਾਜ ਨੇ ਇੱਕ ਥਾਂ ਬਚਨ ਕੀਤਾ ਹੈ, ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਅਤੇ ਉੱਥੇ ਜ਼ਿਕਰ ਨਾ, ਜਦੋਂ ਕੋਈ ਵਿਅਕਤੀ ਝੂਠਾ ਮਦ ਭਾਵ ਨਸ਼ਾ ਸ਼ਰਾਬ ਆਦਿਕ ਪੀਂਦਾ ਤਾਂ ਕੀ ਹੁੰਦਾ ਹੈ, ਬਰਲ ਪਵੈ ਵਿੱਚ ਆਏ। ਜਦੋਂ ਵਿਅਕਤੀ ਸ਼ਰਾਬ ਪੀਂਦਾ ਹੈ ਅਤੇ ਕੀ ਉਹਦੇ ਸਰੀਰ 'ਤੇ ਕੋਈ ਹੋਰ ਫਰਕ ਪੈਂਦਾ? ਨਹੀਂ, ਉਹਦੀ ਮੱਤ ਵਿੱਚ ਬਰਲ ਪੈ ਜਾਂਦਾ ਹੈ। ਬਰਲ ਦਾ ਮਤਲਬ ਹੈ ਝੱਲਪੁਣਾ ਖਿਲਾਰਨ ਲੱਗ ਪੈਂਦਾ ਹੈ, ਉਹਦੀ ਚੰਗੀਆਂ ਗੱਲਾਂ ਪਕੜਨ ਦੀ ਸ਼ਮਤਾ ਮਿਟ ਜਾਂਦੀ ਹੈ ਅਤੇ ਮਾੜੀਆਂ ਗੱਲਾਂ ਨੂੰ ਉਹ ਪਕੜਨ ਲੱਗ ਪੈਂਦਾ ਹੈ। ਔਰ ਇਹ ਵੀ ਸਾਡੇ ਅੰਦਰ ਇੱਕ ਪੱਖ ਹੁੰਦਾ ਹੈ ਵੀ ਅਸੀਂ ਚੰਗੀਆਂ ਗੱਲਾਂ ਛੱਡਣ ਲੱਗ ਪੈਂਦੇ ਹਾਂ। ਸਾਡੀ ਉਹ ਸ਼ਮਤਾ ਹੁੰਦੀ, ਸਾਡੀ ਤਾਕਤ ਹੁੰਦੀ ਹੈ ਕਿ ਸਮਰੱਥਾ, ਕਿ ਅਸੀਂ ਚੰਗੀਆਂ ਗੱਲਾਂ ਨੂੰ ਨਹੀਂ ਕੈਚ ਕਰ ਪਾ ਰਹੇ, ਅਸੀਂ ਮਾੜੀਆਂ ਗੱਲਾਂ ਕੈਚ ਕਰ ਰਹੇ ਹਾਂ। ਕਦੇ ਕਦੇ ਇਸ ਨੂੰ ਵਿਗਿਆਨਕ ਤਕਨੀਕ ਨਾਲ ਦੇਖਦੇ ਹੁੰਦੇ ਹਾਂ ਕਿ ਲੋਹੇ ਨੂੰ ਜਦੋਂ ਚੁੰਬਕੀ ਤਰੀਕੇ ਦੇ ਨਾਲ ਪ੍ਰਭਾਵਿਤ ਕਰਤਾ ਜਾਂਦਾ ਹੈ ਅਤੇ ਸਿਰਫ ਲੋਹੇ ਨੂੰ ਹੀ ਖਿੱਚਦਾ ਹੈ। ਉਹਦੇ ਅੱਗੇ ਸੋਨਾ ਰੱਖ ਦਿਓ, ਉਹ ਸੋਨਾ ਨਹੀਂ ਖਿੱਚੇਗਾ, ਉਹ ਲੋਹੇ ਨੂੰ ਹੀ ਖਿੱਚੇਗਾ, ਕਿਉਂਕਿ ਉਹ ਲੋਹੇ ਦੇ ਗੁਣਾਂ ਨਾਲ ਭਰਪੂਰ ਹੋ ਚੁੱਕਾ ਹੈ। ਇਸੇ ਤਰ੍ਹਾਂ ਜਦੋਂ ਵਿਕਰਤ ਅਵਸਥਾ ਪੈਦਾ ਹੁੰਦੀਆਂ ਨੇ ਅਤੇ ਉਦੋਂ ਸਾਡੇ ਅੰਦਰ
ਇਹ ਚੀਜ਼ਾਂ ਇੰਨੀਆਂ ਜ਼ਿਆਦਾ ਹਾਵੀ ਹੋ ਜਾਂਦੀਆਂ ਨੇ ਕਿ ਉਦੋਂ ਕੋਈ ਚੰਗਾ ਉਪਦੇਸ਼ ਦੇਵੇ, ਚੰਗੀ ਕੋਈ ਗੱਲ ਕਰੇ, ਉਹ ਸਮਝਣੇ ਤੇ ਬੜੀ ਦੂਰ, ਸਗੋਂ ਉਹ ਕ੍ਰੋਧ ਕਰਦਾ ਹੈ, ਉਸ ਨੂੰ ਬੁਰਾ ਕਹਿੰਦਾ। ਅਤੇ ਜੇ ਕੋਈ ਮਾੜੀ ਗੱਲ ਕਹੇ ਨਾਲੋਂ ਨਾਲ ਹਾਂਜੀ 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 ਨਹੀਂ, ਬਲਕਿ ਐਕਸੈਪਟ ਕਰਕੇ ਉਸੇ ਵਕਤ ਹੀ ਉੱਤੇ ਕਿਰਿਆ ਵੀ ਕਰਨ ਲੱਗ ਪੈਂਦਾ। ਸ਼ਾਇਦ ਇਸੇ ਕਰਕੇ ਮਹਾਰਾਜ ਨੇ ਬਰਲ ਸ਼ਬਦ ਵਰਤੇ ਹੈ। ਪੁਰਾਣੇ ਦਾਰਸ਼ਨਿਕ ਕਹਿੰਦੇ ਸੀ ਕਿ ਬਰਲ ਦਾ ਮਤਲਬ ਹੁੰਦਾ ਬਿਰਲ, ਵਿੱਥ ਪਹਿਚਾਣੀ। ਜਿਸ ਦੇ ਸਦਕੇ, ਜਿਸ ਪ੍ਰਭਾਵ ਦੇ ਸਦਕੇ ਸਾਡੀ ਮੱਤ ਦੇ ਵਿੱਚ ਬਿਰਲ ਪੈ ਜਾਂਦਾ ਹੈ। ਬਿਰਲ ਕਿਹ 'ਚ ਪੈਂਦਾ ਹੈ? ਮੱਤ ਦੇ ਦੋ ਪੱਖ ਹੁੰਦੇ ਨੇ, ਚੰਗੀ ਚੀਜ਼ ਨੂੰ ਗ੍ਰਹਿਣ ਕਰਨ ਵਾਲੀ ਮੱਤ ਅਤੇ ਮੰਦੀ ਚੀਜ਼ ਨੂੰ ਗ੍ਰਹਿਣ ਕਰਨ ਵਾਲੀ ਮੱਤ। ਕਿਉਂਕਿ ਮੱਤ ਦਾ ਜੋ ਮੂਲ ਧਰਮ ਹੈ ਉਹ ਗ੍ਰਹਿਣ ਕਰਨਾ ਹੈ, ਅਤੇ ਹਰ ਥਾਂ 'ਤੇ ਚੰਗਾ ਅਤੇ ਮੰਦਾ ਹੈ ਨਾ, ਨੈਗੇਟਿਵ ਅਤੇ ਪੋਜ਼ੀਟਿਵ ਹਰ ਥਾਂ 'ਤੇ ਹੈ। ਜਦੋਂ ਮੱਤ ਚੰਗੀਆਂ ਚੀਜ਼ਾਂ ਗ੍ਰਹਿਣ ਕਰਦੀ ਹੈ ਅਤੇ ਜਦੋਂ ਮੱਤ ਮੰਦੀਆਂ ਚੀਜ਼ਾਂ ਗ੍ਰਹਿਣ ਕਰਦੀ ਹੈ, ਇਹ ਸਾਡੀਆਂ ਮਨ ਦੀਆਂ ਅਵਸਥਾਵਾਂ ਅਲੱਗ-ਅਲੱਗ ਹੁੰਦੀਆਂ ਨੇ। ਹੁੰਦੀਆਂ ਮਨ ਕਰਕੇ ਹੀ ਨੇ। ਮਨ ਇੱਕ ਪਾਸੇ ਝੁਕ ਜਾਂਦਾ ਹੈ ਅਤੇ ਉਹ ਕੰਮ ਹੋਣ ਲੱਗ ਪੈਂਦਾ ਹੈ, ਮਨ ਦੂਜੇ ਪਾਸੇ ਝੁਕ ਜਾਏ ਅਤੇ ਉਹ ਕੰਮ ਹੋਣ ਲੱਗ ਪੈਂਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਵਿੱਚ ਸਭ ਤੋਂ ਵੱਧ ਜ਼ੋਰ ਸਾਡੇ ਮਨ ਦੇ ਕੰਟਰੋਲ 'ਤੇ ਆ, ਮਨ ਦੇ ਕੇਂਦਰਿਤ ਹੋਣ 'ਤੇ ਆ, ਮਨ ਦੇ ਟਿਕਾਓ 'ਤੇ ਆ। ਅਤੇ ਮਹਾਰਾਜ ਅੱਜ ਕਹਿੰਦੇ ਕਿ ਭਾਈ ਚੇਤਾ ਰੱਖਣਾ, ਜੋ ਮਾਇਆ ਹੈ ਨਾ, ਇਹ ਮੋਹ ਕਰਕੇ ਬਹੁਤਾ ਪ੍ਰਭਾਵ ਪਾਉਂਦੀ। ਅਤੇ ਅੱਜ ਮੋਹ ਕਦੀ ਵਿਆਖਿਆ ਹੈ, ਅੱਜ ਕ੍ਰੋਧ ਕਾਮ ਦੀ ਵਿਆਖਿਆ ਨਹੀਂ ਹੈ। ਅੱਜ ਕਹਿੰਦੇ ਕਿ ਮਾਇਆ ਅਤੇ ਮਾਇਆ ਦਾ ਮੋਹ, ਇਹਦੇ ਸਦਕੇ ਬਰਲ ਪੈਂਦਾ ਹੈ। ਇਹ ਆਪਣੇ ਆਪ 'ਚ ਇੱਕ ਬਰਲ ਹੈ, ਇਹ ਆਪਣੇ ਆਪ 'ਚ ਇੱਕ ਵਿੱਥ ਹੈ, ਇੱਕ ਦੂਰੀ ਹੈ, ਇਹ ਆਪਣੇ ਆਪ 'ਚ ਇੱਕ ਝੱਲਪੁਣਾ ਹੈ। ਇਹਦੇ ਨਾਲ ਮਨੁੱਖ ਦੇ ਅੰਦਰ ਝੱਲਪੁਣਾ ਪੈਦਾ ਹੁੰਦਾ ਹੈ। ਇਹਦੇ ਨਾਲ ਮਨੁੱਖ ਦੇ ਅੰਦਰ ਚੰਗੇ ਕੰਮ ਕਰਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਅਸੀਂ ਗਾਥਾਵਾਂ 'ਚੋਂ ਇੱਕ ਵਚਨ ਪੜ੍ਹਿਆ ਹੈ ਕਿ ਜੇ ਬਰਲ ਪੈਂਦਾ ਪੈਂਦਾ, ਜਦੋਂ ਵਿਕਰਤ ਬਰਲ ਪੈਂਦੇ ਨੇ, ਇੰਨੀ ਮੱਤ ਨੀਵੇਂ ਪੱਧਰ ਦੀ ਹੋ ਜਾਂਦੀ ਹੈ, ਕੋਈ ਸਾਧੂ ਕਹੇ ਨਾ ਬੋਲ ਰਾਮ, ਅਤੇ ਮੁੱਖੋਂ ਰਾਮ ਬੋਲਿਆ ਨਹੀਂ ਜਾਂਦਾ। ਅੱਜ ਵੀ ਆਲੇ ਦੁਆਲੇ ਵਿਚਰ ਕੇ ਕਿਤੇ ਦੇਖੀਏ, ਖੁੱਲ੍ਹੀਆਂ ਅੱਖਾਂ ਨਾਲ ਆਪਣੇ ਘਰ ਦੇ ਆਲੇ ਦੁਆਲੇ, ਆਪਣੇ ਘਰ ਪਰਿਵਾਰ 'ਚ ਆਉਣ ਜਾਣ ਵਾਲੇ ਜੀਆਂ ਨੂੰ ਦੇਖੀਏ, ਅਤੇ ਉਹਨਾਂ ਦੇ ਵਿੱਚ ਵੀ ਹੋਣਗੇ, ਕਿਸੇ ਨੂੰ ਕਹੀਏ ਨਾ ਕਹੋ ਵਾਹਿਗੁਰੂ, ਨਹੀਂ ਕਹੇਗਾ, ਹਾਏ ਹਾਏ ਤੇ ਕਰੇਗਾ, ਪਰ ਵਾਹਿਗੁਰੂ ਵਾਹਿਗੁਰੂ ਨਹੀਂ ਕਹੇਗਾ। ਉਹਦੇ ਮੁੱਖੋਂ ਹਾਏ ਹੀ ਨਿਕਲੇਗਾ, ਵਾਹਿਗੁਰੂ ਨਹੀਂ ਨਿਕਲੇਗਾ। ਅਤੇ ਦੂਜੇ ਪਾਸੇ ਉਹ ਵੀ ਲੋਕ ਨੇ, ਜੇ ਤਨ 'ਤੇ ਪੀੜਾ ਤਾਂ ਇੱਕ ਸਮਾਨ ਹੁੰਦੀ, ਚੇਤਾ ਰੱਖਣਾ, ਪੀੜਾ ਮਨੁੱਖ ਨੂੰ ਇੱਕ ਸਮਾਨ ਹੀ ਹੁੰਦੀ ਹੈ। ਦੂਜੇ ਦੇ ਤਨ 'ਤੇ ਪੀੜਾ ਹੁੰਦੀ ਹੈ, ਉਹ ਲੰਬੇ ਸਾਹ 'ਤੇ ਲੈ ਰਿਹਾ ਹੈ, ਪੀੜਾ ਵੀ ਮਹਿਸੂਸ ਕਰ ਰਿਹਾ, ਪਰ ਕੀ ਕਹਿੰਦਾ? ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਰੱਖ ਲੈ। ਉਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਅਤੇ ਦੂਜੇ ਪਾਸੇ ਉਹਦੇ ਪੀੜਾ ਹੋ ਰਹੀ ਹੈ, ਅਤੇ ਉਹ ਹਾਏ ਹਾਏ ਮਰ ਗਿਆ ਮਰ ਗਿਆ ਕਰਦਾ। ਅਸੀਂ ਸਾਖੀਆਂ 'ਚ ਸੁਣਿਆ ਤਾਂ ਹੈ ਨਾ, ਭਗਤ ਕਹਿੰਦੇ ਨੇ ਰਾਮ ਬੋਲ, ਕਹਿੰਦੇ ਨਹੀਂ ਬੋਲਿਆ ਜਾਂਦਾ, ਕਹਿੰਦੇ ਕਿ ਮਰ ਗਿਆ ਮਰ ਗਿਆ, ਕਹਿੰਦੇ ਕਿ ਅੱਛਾ ਮਰਾ ਬੋਲ ਪੈਂਦਾ। ਜ਼ੁਬਾਨ ਤਾਂ ਉਹੀ ਹੈ, ਅੱਖਰ ਵੀ ਉਹੀ ਨੇ, ਪਰ ਬਰਲ ਇਤਨਾ ਪੈ ਗਿਆ, ਵਿੱਥ ਇਤਨੀ ਪੈ ਗਈ ਹੈ, ਮੱਤ ਇਤਨੀ ਵਿਕ੍ਰਿਤ ਹੋ ਗਈ ਹੈ ਕਿ ਉਹਦੇ ਵਿੱਚ ਇਹ ਚੰਗੇ ਬੋਲ ਸੁਣੇ ਹੀ ਨਹੀਂ ਜਾ ਰਹੇ। ਮਹਾਰਾਜ ਕਹਿਣ ਲੱਗੇ ਮੋਹ ਇਤਨਾ ਵਿਕਾਰ ਹੈ ਔਰ ਇਤਨਾ ਬੇਕਾਰ ਹੈ ਕਿ ਮੱਤ ਵਿੱਚ ਬਰਲ ਪੈਦਾ ਕਰ ਦਿੰਦਾ ਹੈ। ਮੰਨਿਆ ਸੀ ਗੁਰਬਾਣੀ ਪੜ੍ਹਨ ਵਾਲਿਆਂ ਨੇ ਕਿ ਜੇ ਪੰਜ ਵਿੱਚ ਵਿਕਾਰ ਨੇ ਨਾ, ਇਹ ਪੰਜੇ ਦੇ ਪੰਜੇ ਮਾਇਆ ਕੇ ਹੀ ਅੰਸ਼ ਨੇ। ਪੰਚ ਪੂਤ ਜਣੇ ਇੱਕ ਮਾਏ, ਇਹ ਮਾਇਆ ਦੇ ਹੀ ਪੰਜ ਪੁੱਤਰ ਨੇ, ਅਤੇ ਅਲੱਗ-ਅਲੱਗ ਸਮਿਆਂ 'ਤੇ ਆਪਣਾ ਆਪਣਾ ਪ੍ਰਭਾਵ ਸਾਡੇ 'ਤੇ ਪਾਉਂਦੇ ਨੇ। ਔਰ ਜਿਨ੍ਹਾਂ ਨੇ ਮਨ ਦੀ ਪਰਿਭਾਸ਼ਾਵਾਂ ਨੂੰ ਗਹਿਰੇ ਤਰੀਕੇ ਨਾਲ ਪਕੜਿਆ ਹੈ, ਜਾਣਦੇ ਨੇ ਕਿ ਸਾਡੇ 'ਤੇ, ਹਰ ਜੀਅ 'ਤੇ ਕਿਸੇ ਇੱਕ ਵਿਕਾਰ ਦਾ ਪ੍ਰਭਾਵ ਜ਼ਿਆਦਾ ਹੁੰਦਾ, ਉਹ ਮੋਹਰੇ ਹੁੰਦਾ, ਬਾਕੀ ਉਹਦੇ ਪਿੱਛ ਠਾਪੜਦੇ ਨੇ। ਸਾਡੇ 'ਚ ਆਪਣੇ 'ਚੋਂ ਅਸੀਂ ਜਿੰਨੇ ਕੁ ਜੀ ਬੈਠੇ ਪੜ੍ਹਦੇ ਸੁਣਦੇ ਹਾਂ, ਆਪਣੇ ਆਪ ਨੂੰ ਕਿਤੇ ਸ਼ਾਂਤ ਚੇਤਨਾ ਦੇਖਾਂਗੇ ਨਾ, ਹੋ ਸਕਦਾ ਸਾਡੇ 'ਚੋਂ ਆਪਣਾ ਹੀ ਪਤਾ ਲੱਗੇ ਵੀ ਕਿਸੇ ਦਾ ਕਾਮ ਜ਼ਿਆਦਾ ਹੈ। ਬੇਸ਼ੱਕ ਪ੍ਰਗਟ ਨਹੀਂ ਹੈ, ਉਤੋਂ ਅਸੀਂ ਗਿਆਨ ਦੇ ਕਰਕੇ ਜਾਂ ਆਪਣੇ ਸਮਾਜ ਦੇ ਦਬਾਅ ਕਰਕੇ ਉਸ ਨੂੰ ਢੱਕ ਢੁੱਕ ਲਿਆ, ਦੱਬ ਦੁੱਬ ਲਿਆ, ਪਰ ਕਿਤੇ ਆਪਣੇ ਮਨ ਦੀਆਂ ਤਰੰਗਾਂ ਨੂੰ ਪਕੜ ਕੇ ਦੇਖਣਾ, ਉਹਦੇ ਵਿੱਚ ਕਿਹਦੀ ਤਰੰਗ ਸਭ ਤੋਂ ਪਹਿਲਾਂ ਉਪਜਦੀ ਹੈ। ਕਿਸੇ ਵਿੱਚ ਕਾਮ ਦੀ ਹੋਵੇਗੀ, ਕਿਸੇ ਵਿੱਚ ਕ੍ਰੋਧ ਦੀ ਹੋਵੇਗੀ, ਕਿਸੇ ਵਿੱਚ ਲੋਭ ਦੀ ਹੋਵੇਗੀ, ਕਿਸੇ 'ਚ ਹੰਕਾਰ ਦੀ ਹੋਵੇਗੀ। ਇਹ ਸੂਖਸ਼ਮ ਤਰੰਗਾਂ ਹੁੰਦੀਆਂ ਜਿਹਨੂੰ ਕਹਿੰਦੇ ਮਨ ਕੇ ਅਧਿਕ ਤਰੰਗ,
ਬਹੁਤ ਸੂਖਸ਼ਮ ਤਰੰਗ ਨੇ ਔਰ ਮਨੋਵਿਗਿਆਨ ਇਹਨਾਂ ਤਰੰਗਾਂ ਦੀ ਵਿਆਖਿਆਵਾਂ ਕਰਦਾ ਹੈ। ਅਤੇ ਅੱਜ ਮਹਾਰਾਜ ਕਹਿੰਦੇ ਕਿ ਜੋ ਮੋਹ ਹੈ ਨਾ, ਇਹ ਬਰਲ ਪੈਦਾ ਕਰਦਾ ਹੈ। ਮੋਹ ਮਨੁੱਖ ਨੂੰ ਵਿਕਰਤ ਕਰ ਦਿੰਦਾ ਹੈ। ਸ਼ਾਇਦ ਇਸੇ ਕਰਕੇ ਮੋਹ ਨੂੰ ਸਭ ਤੋਂ ਮਿੱਠਾ ਵਿਕਾਰ ਵੀ ਕਿਹਾ। ਅਸੀਂ ਪੜ੍ਹਦੇ ਨਾ, ਮੋਹ ਮਿੱਠਾ ਲਾਇਆ। ਮੋਹ ਮਿੱਠਾ ਵਿਕਾਰ ਵੀ ਹੈ, ਔਰ ਇਹ ਜਿਹਨੂੰ ਅਸੀਂ ਕਹੀਏ ਮਿੱਠਾ ਜ਼ਹਿਰ, ਇਹ ਸਲੋ ਪਾਇਜ਼ਨ ਹੈ, ਇਹ ਮਿੱਠਾ ਜ਼ਹਿਰ ਹੈ। ਕੌੜਾ ਨਹੀਂ ਲੱਗਦਾ, ਬੁਰਾ ਵੀ ਨਹੀਂ ਲੱਗਦਾ ਕਿਸੇ ਪਰਿਵਾਰ ਦੇ ਜਿਹਦੇ ਆਲੇ ਦੁਆਲੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਬਲਕਿ ਲੋਕ ਤੈਨੂੰ ਚੰਗਾ ਕਹਿੰਦੇ ਨੇ, ਦੇਖੋ ਜੀ ਫਲਾਣਾ ਬੰਦਾ ਕਿੰਨਾ ਚੰਗਾ ਹੈ, ਪਰ ਪਤਾ ਹੀ ਨਹੀਂ ਕਿ ਭਾਈ ਉਹ ਤਾਂ ਵਿਕਰਤ ਹੈ, ਉਹ ਤਾਂ ਬਰਲ 'ਚ ਪਿਆ ਹੋਇਆ ਹੈ, ਉਹਦੇ ਉੱਤੇ ਤਾਂ ਮੋਹ ਹਾਵੀ ਹੈ। ਉਹ ਮੋਹ ਕਰਕੇ ਨੱਠਾ ਫਿਰਦਾ, ਭੱਜਾ ਫਿਰਦਾ। ਮੋਹ ਦਾ ਜੋ ਤਾਣਾ ਬਾਣਾ ਬਣਤਰ ਹੈ, ਉਹ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਮਿਲਦੀ ਜੁਲਦੀ ਹੈ। ਸਮਝਣਾ ਹੋਵੇ ਕਿ ਸਾਡੇ ਅੰਦਰ ਮੋਹ ਹੈ ਜਾਂ ਪਿਆਰ ਹੈ, ਅਤੇ ਸਮਝਣਾ ਜਦੋਂ ਸਾਡੇ ਤੋਂ ਕੋਈ ਚੀਜ਼ ਵਿਛੜਦੀ ਹੈ ਕਿਸੇ ਕਾਰਨ ਵੀ, ਅਤੇ ਵਿਛੜ ਕੇ ਉਹਦੇ ਚੰਗੇ ਵਾਸਤੇ, ਤਰੱਕੀ ਵਾਸਤੇ ਉਹ ਜਾ ਰਿਹਾ। ਮੰਨ ਲਿਆ ਸਾਡਾ ਆਪਣਾ ਹੀ ਬੱਚਾ ਪੜ੍ਹਨ ਵਾਸਤੇ ਕਿਤੇ ਦੂਰ ਜਾ ਰਿਹਾ, ਆਪ ਹੀ ਤੁਸੀਂ ਗਿਆਨ ਕਰਕੇ, ਸਮਝ ਕਰਕੇ, ਪੈਸੇ ਖਰਚ ਕੇ ਉਹਦੇ ਵਾਸਤੇ ਦੂਰ ਇੰਤਜ਼ਾਮਾਤ ਕੀਤੇ ਨੇ, ਪਰ ਜਦੋਂ ਉਹ ਘਰੋਂ ਬੈਗ ਚੁੱਕ ਕੇ ਤੁਰਨ ਲੱਗਦਾ ਅਤੇ ਤੁਸੀਂ ਰੋਂਦੇ ਕਿਉਂ ਜੇ? ਜਦ ਕਿ ਗਿਆਨ ਤੇ ਕਹੇਗਾ ਦੇਖੋ ਜੀ ਤੁਸੀਂ ਆਪ ਹੀ ਤੇ ਸਾਰੇ ਇੰਤਜ਼ਾਮ ਕੀਤੇ ਨੇ, ਆਪ ਹੀ ਤੇ ਉਹਨੂੰ ਭੇਜ ਰਹੇ ਹੋ, ਉਹ ਤੁਹਾਨੂੰ ਗਿਆਨ ਖੰਡ ਵਿੱਚ ਪਤਾ ਵੀ ਹੈ ਕਿ ਉੱਥੇ ਜਾ ਕੇ ਚੰਗਿਆ ਹੈ, ਭਲਾ ਹੈ, ਇਹਦਾ ਫਿਊਚਰ ਬਣ ਸਕਦਾ ਹੈ, ਚੰਗੀ ਵਿੱਦਿਆ ਪ੍ਰਾਪਤ ਕਰੇਗਾ, ਪਰ ਰੋਂਦੇ ਕਿਉਂ ਜੇ? ਕਿਉਂਕਿ ਰੋਂਦਾ ਮੋਹ ਹੈ। ਮੋਹ ਦਾ ਇੱਕੋ ਹੀ ਇੱਕ ਪੱਖ ਹੁੰਦਾ ਹੈ, ਜਿਸ ਦੇ ਨਾਲ ਸਾਡਾ ਮੋਹ ਪੈ ਗਿਆ ਹੈ, ਉਹ ਸਾਡੇ ਕੋਲ ਰਹੇ, ਸਾਡੇ ਦਾਇਰੇ ਵਿੱਚ ਰਹੇ। ਨਫਾ ਨੁਕਸਾਨ ਮੋਹ ਨਹੀਂ ਜੇ ਦੇਖਦਾ। ਬਹੁਤ ਥਾਵਾਂ 'ਤੇ ਗੱਲ ਥੋੜ੍ਹੀ ਜਿਹੀ ਸਮਾਜਿਕ ਹੈ ਅਤੇ ਭਾਰੀ ਵੀ ਹੈ। ਅਸੀਂ ਆਪਣੇ ਘਰਾਂ ਪਰਿਵਾਰਾਂ 'ਚ ਵੇਖਿਆ ਹੋਵੇਗਾ, ਮਾਪਿਆਂ ਨੇ ਮੋਹ ਕਰਕੇ ਬੱਚਿਆਂ ਦੇ ਕੈਰੀਅਰ ਤਬਾਹ ਕਰ ਦਿੱਤੇ ਨੇ। ਚੰਗੇ ਭਲੇ ਬੱਚਿਆਂ ਦੇ ਕੈਰੀਅਰ ਬਣ ਗਏ ਸੀ, ਚੰਗੇ ਜੌਬ ਦੂਰ ਦੁਰਾਡੇ ਲੱਗ ਗਏ ਸੀ, ਪਰ ਮਾਪਿਆਂ ਨਾ ਇੰਨੀ ਦੂਰ ਅਸੀਂ ਨਹੀਂ ਰਹਿ ਸਕਦੇ, ਅਸੀਂ ਤਾਂ ਮਰ ਜਾਵਾਂਗੇ, ਇਹ ਹੋ ਜਾਏਗਾ, ਉਹ ਹੋ ਜਾਏਗਾ। ਐਸੇ ਮੋਹ ਦੀਆਂ ਆਸ਼ਰਿਤ ਤਰੰਗਾਂ ਨਿਕਲੀਆਂ ਕਿ ਪ੍ਰਭਾਵਿਤ ਹੋਏ, ਅਗਲੇ ਜੌਬ ਛੱਡ ਕੇ ਘਰ ਬੈਠੇ, ਅਗਲੇ ਵਪਾਰ ਛੱਡ ਕੇ ਘਰ ਬਹਿ ਗਏ। ਅਤੇ ਜਦੋਂ 10 ਸਾਲ ਹੋਰ ਗੁਜ਼ਰ ਗਏ, ਫਿਰ ਪਤਾ ਲੱਗਾ ਅਤੇ ਜ਼ਿੰਦਗੀ ਦੀ ਬੜੀ ਵੱਡੀ ਭੁੱਲ ਸੀ। ਫਿਰ ਦੋਨੋਂ ਧਿਰਾਂ ਪਛਤਾਉਂਦੇ ਨੇ। ਸਮਝ ਲੈਣਾ, ਮੋਹ ਚੰਗਾ ਲੱਗਦਾ ਹੈ, ਨਿਕਟ ਰੱਖਣਾ ਚਾਹੁੰਦਾ ਹੈ, ਹਰ ਚੀਜ਼ ਨੂੰ, ਹਰ ਧੀ ਪੁੱਤਰ ਭੈਣ ਭਰਾ ਨੂੰ ਆਪਣੀ ਨਿਗਾਹ ਥੱਲੇ ਰੱਖਣਾ ਚਾਹੁੰਦਾ ਹੈ, ਪਰ ਜ਼ਰੂਰੀ ਨਹੀਂ ਹਰ ਵਕਤ 'ਤੇ ਭਲਾ ਕਰੇ। ਇਹ ਭਲਾ ਨਹੀਂ ਜੇ ਕਰਦਾ, ਲੋਕਾਂ ਨੂੰ ਮੋਹ ਪੈ ਜਾਂਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਬਸ ਮੋਹ ਨੂੰ ਇੱਕ ਸੀਮਾ ਤੱਕ ਰੱਖੋ। ਜਦ ਤੱਕ ਹੱਦ ਹੈ, ਜਦ ਤੱਕ ਬੱਚੇ ਸਾਡੇ ਵੱਡੇ ਨਹੀਂ ਹੁੰਦੇ, ਤਦ ਤੱਕ ਤੇ ਮੋਹ ਦੀਆਂ ਗੱਲਾਂ ਠੀਕ ਲੱਗਦੀਆਂ ਨੇ। ਸ਼ਾਇਦ ਇਸੇ ਕਰਕੇ ਪੁਰਾਣੀਆਂ ਨੀਤੀਆਂ ਦੇ ਵਿੱਚ ਸਿਆਣੇ ਕਹਿੰਦੇ ਨੇ, ਬਜ਼ੁਰਗਾਂ ਨੂੰ ਪਤਾ ਹੋਵੇਗਾ ਕਿ ਸਿਆਣਿਆਂ ਇੱਕ ਨਿਯਮਾਵਲੀ ਬਣਾਈ ਸੀ ਕਿ ਜਦ ਪੁੱਤਰ ਅਤੇ ਪਿਓ ਦੀ ਜੁੱਤੀ ਇੱਕ ਬਰਾਬਰ ਹੋ ਜਾਏ ਅਤੇ ਪੁੱਤਰ 'ਤੇ ਹੱਥ ਉਠਾਉਣਾ ਬੰਦ ਕਰ ਦਿਓ। ਜਦ ਪੁੱਤਰ ਹਲ ਦੀ ਜੰਗੀ ਫੜ ਲਵੇ, ਉਸ 'ਤੇ ਰੋਕਾ ਟੋਕੀ ਬੰਦ ਕਰ ਦਿਓ, ਕਿਉਂਕਿ ਬਰਾਬਰ ਆ ਕੇ ਹੁਣ ਤੁਸੀਂ ਮੋਹ ਦੀਆਂ ਤੰਦਾਂ ਛੱਡ ਦਿਓ, ਹੁਣ ਉਸਨੂੰ ਥੋੜ੍ਹੀ ਆਜ਼ਾਦੀ ਦੇ ਦਿਓ। ਅੱਜ ਕਹਿੰਦੇ ਸਮਝ ਸਕੀਏ, ਮਾਇਆ ਮੋਹ ਮਾਇਆ ਹੁੰਦੀ ਜੇ, ਯਾਦ ਰੱਖਣਾ ਅਸੀਂ ਕਦੇ ਕਦੇ ਪੜ੍ਹਾਂਗੇ ਅੱਗੇ ਜਾ ਕੇ, ਕਾਮ ਵੀ ਮਾਇਆ ਹੈ, ਕ੍ਰੋਧ ਵੀ ਮਾਇਆ ਹੈ, ਲੋਭ ਵੀ ਮਾਇਆ ਹੈ, ਅਤੇ ਅਹੰਕਾਰ ਵੀ ਮਾਇਆ ਹੈ। ਕਿਉਂਕਿ ਬਹੁਤਾ ਬੋਲਬਾਲਾ ਸਾਡੇ ਘਰ ਪਰਿਵਾਰ, ਸਾਡੇ ਮਨੁੱਖ 'ਤੇ ਮੋਹ ਦਾ ਹੈ। ਇਸ ਕਰਕੇ ਮੋਹ ਮਾਇਆ ਅਤੇ ਮਾਇਆ ਮੋਹ, ਇਹ ਸ਼ਬਦ ਜੋੜ ਬਹੁਤਾ ਵਰਤਿਆ ਗਿਆ। ਅੱਜ ਕਹਿੰਦੇ ਨੇ ਮਾਇਆ ਮੋਹ, ਮਾਇਆ ਅਤੇ ਮਾਇਆ ਦਾ ਮੋਹ ਸਭ ਬਰਲ ਹੈ, ਸਭ ਇੱਥ ਪੈਣ ਵਾਲਾ ਹੈ, ਚੱਲ ਪੁਣਾ ਹੈ। ਇਸ ਕਰਕੇ ਬਚ ਕੇ ਰਹੋ। ਕਰਦਾ ਕੀ ਹੈ? ਦੂਜੇ ਭਾਏ ਖੁਆਈ। ਜਿਨ੍ਹਾਂ ਦੇ ਉੱਤੇ ਵੀ ਮੋਹ ਦਾ ਪ੍ਰਭਾਵ ਪੈ ਜਾਂਦਾ ਹੈ, ਮਾਇਆ ਦੇ ਸਦਕੇ ਇਹ ਦੂਜੇ ਪਾਸੇ ਜੁੜ ਜਾਂਦਾ ਹੈ। ਤਾਂ ਦੂਜਾ ਪਾਸਾ ਕਿਹੜਾ ਹੈ? ਪਹਿਲਾ ਪਾਸਾ ਪਰਮਾਤਮਾ ਦਾ, ਦੂਸਰਾ ਪਾਸਾ ਮਾਇਆ ਦਾ। ਦੋ ਹੀ ਪਾਸੇ ਮੰਨੇ ਗਏ ਨੇ ਅੱਜ ਤੱਕ। ਜਿਨ੍ਹਾਂ ਇਸਲਾਮਿਕ ਸਾਹਿਤ ਪੜ੍ਹਿਆ ਉਹ ਕਹਿੰਦੇ ਨੇ ਇੱਕ ਪਾਸਾ ਖੁਦਾ ਦਾ, ਦੂਜਾ ਪਾਸਾ ਸ਼ੈਤਾਨ ਦਾ। ਸਾਨੂੰ ਵੀ ਦੱਸਿਆ ਗਿਆ ਇੱਕ ਪਾਸਾ ਪਰਮਾਤਮਾ ਦਾ, ਗੁਰੂ ਦਾ, ਇੱਕ ਪਾਸਾ ਮਾਇਆ ਦਾ। ਅਸੀਂ ਮਾਇਆ ਦੇ ਪਾਸੇ ਉਲਝੇ ਪਏ ਹਾਂ। ਗੁਰਸਿੱਖੀ ਦੇ ਰੂਪ 'ਚ ਆਪਾਂ ਕਦੇ ਕਦੇ ਅਰਦਾਸ ਕਰਦੇ ਹੋਵਾਂਗੇ, ਕਰਿਆ ਕਰੀਏ, ਸਤਿਗੁਰ ਦਇਆ ਕਰੇ ਸੁਖ ਦਾਤਾ,
ਹਮ ਲਾਵੈ ਆਪਨ ਪਾਲੀ। ਵੀ ਮੈਨੂੰ ਮਾਇਆ ਦੇ ਪਾਲੇ 'ਚੋਂ ਕੱਢ ਕੇ ਸੱਚੇ ਪਾਤਸ਼ਾਹ ਕਿਤੇ ਮੇਰੇ 'ਤੇ ਕਿਰਪਾ ਕਰ ਦਿਓ, ਆਪਣੇ ਪਾਲੇ ਚਲਾ ਲਿਓ। ਮੈਂ ਬੁਰਾ ਭਲਾ ਹਾਂ ਜਿੱਦਾਂ ਦਾ ਵੀ ਹੈ ਤੇ ਤੁਹਾਡਾ ਹੀ ਨਾ। ਅਤੇ ਜਿਨ੍ਹਾਂ 'ਤੇ ਮੋਹ ਪ੍ਰਭਾਵਿਤ ਕਰਦਾ ਏ ਉਹ ਦੂਜੇ ਪਾਸੇ ਜੁੜ ਜਾਂਦੇ ਨੇ। ਦੂਜੇ ਪਾਸੇ ਦਾ ਮਤਲਬ ਮਾਇਆ ਹੈ। ਅਤੇ ਮਾਇਆ ਦਾ ਜੋ ਸੁਭਾਵ ਹੈ, ਅਸਾਂ ਅੱਗੇ ਜਾ ਕੇ ਸੂਰਠ ਰਾਗ ਵਿੱਚ ਪੜ੍ਹਨਾ ਹੈ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸ ਹੀ ਕੋ ਪੁਨ ਖਾਏ। ਇਹਦਾ ਸੁਭਾਵ ਹੈ ਕਿ ਜੋ ਇਸ ਦੀ ਸੇਵਾ ਕਰੇਗਾ ਇਹ ਸਭ ਤੋਂ ਪਹਿਲਾਂ ਉਸ ਨੂੰ ਹੀ ਆਪਣੀ ਖੁਰਾਕ ਗ੍ਰਾਸ ਬਣਾ ਲਏਗੀ, ਉਸ ਨੂੰ ਹੀ ਖਾ ਲਏਗੀ। ਸੰਸਾਰ ਵਿੱਚ ਲੋਕ ਇੱਥੇ ਸੱਪ ਦਾ ਨਾਂ ਇਸੇ ਕਰਕੇ ਲੈਂਦੇ ਨੇ ਕਿ ਸੱਪ ਬਹੁਤੀ ਵਾਰ ਪਾਲਣਹਾਰੇ ਨੂੰ ਹੀ ਡੰਗ ਮਾਰ ਦਿੰਦਾ। ਬਾਕੀ ਤਮਾਮ ਪਸ਼ੂ ਪਕਸ਼ੀ ਜਿਹੜੇ ਜੀਅ ਨੇ ਉਹ ਬਾਕੀਆਂ ਨਾਲ ਲੜਦੇ ਝਗੜਦੇ ਹੋਣਗੇ, ਪਰ ਜਿਨ੍ਹਾਂ ਦੇ ਨਾਲ ਉਹਨਾਂ ਦਾ ਪ੍ਰੇਮ ਪੈਂਦਾ, ਜਿਹੜੇ ਨੂੰ ਪਾਲ ਲੈਂਦੇ ਨੇ, ਆਪਣੇ ਮਾਲਕ 'ਤੇ ਭਰੋਸਾ ਕਰਦੇ ਨੇ, ਅਤੇ ਵਿਅਕਤੀ ਆਪਣੇ ਪਸ਼ੂ 'ਤੇ ਭਰੋਸਾ ਕਰ ਸਕਦਾ ਹੈ। ਪਰ ਸਿਆਣੇ ਕਹਿੰਦੇ ਨੇ ਸੱਪ ਪਾਲ ਸਕਦੇ ਹੋ ਪਰ ਸੱਪ 'ਤੇ ਭਰੋਸਾ ਨਹੀਂ ਕਰ ਸਕਦੇ, ਕਿ ਪਤਾ ਨਹੀਂ ਕਦੋਂ ਨੇ ਡੰਗ ਮਾਰਨਾ ਸੀ। ਆ ਕੁੱਕਰ ਵਰਗਾ ਵਿਅਕਤੀ ਜਿਹਨੂੰ ਲੋਭੀ ਕਹਿੰਦੇ ਆ, ਇਹੋ ਜਿਹੇ 'ਤੇ ਭਰੋਸਾ ਕਰਦੇ ਆ। ਲੋਕਾਂ ਨੇ ਸ਼ੇਰ ਪਾਲੇ ਨੇ, ਸ਼ੇਰਾਂ 'ਤੇ ਲੋਕ ਭਰੋਸਾ ਕਰ ਲੈਂਦੇ ਨੇ, ਪਰ ਸੱਪ 'ਤੇ ਭਰੋਸਾ ਕਰਨਾ ਅੱਜ ਤੱਕ ਦੇ ਕਿਸੇ ਗਿਆਨੀ ਨੇ ਨਹੀਂ ਦੱਸਿਆ, ਕਿਉਂਕਿ ਸੱਪ ਪਤਾ ਨਹੀਂ ਕਦੋਂ ਡੰਗ ਮਾਰ ਦੇਗਾ। ਸ਼ਾਇਦ ਇਸੇ ਕਰਕੇ ਲੋਕਾਂ ਨੇ ਆਪਣਿਆਂ ਤੋਂ ਤੇ ਇਹੋ ਜਿਹੇ ਮੰਡਲਾਂ 'ਚ ਧੋਖਾ ਖਾਧਾ ਹੈ, ਅਤੇ ਲੋਕਾਂ ਨੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਘਰ ਪਾਲੇ ਅਤੇ ਬਾਅਦ ਧੋਖਾ ਦੇ ਕੇ ਆਸਤੀਨ ਦਾ ਸੱਪ ਕਿਹਾ। ਇੱਕ ਮੁਹਾਵਰਾ ਬਣਿਆ ਨਾ ਸਾਡਾ, ਆਸਤੀਨ ਕਾ ਸਾਂਪ ਉਰਦੂ ਦਾ ਮੁਹਾਵਰਾ ਹੈ, ਵੀ ਬੜੇ ਪ੍ਰੇਮ ਨਾਲ ਬੰਦਾ ਪਾਲਿਆ ਸੀ, ਇਹਨੂੰ ਔਖੇ ਸਮੇਂ ਦੀ ਮਦਦ ਕੀਤੀ, ਪਰ ਡੰਗ ਮਾਰ ਗਿਆ, ਧੋਖਾ ਦੇ ਗਿਆ। ਮਤਲਬ ਇਹ ਸੱਪ ਬਿਰਤੀ ਹੈ, ਕਿਉਂਕਿ ਸੱਪ ਦੇ ਅੰਦਰ ਮਾਇਆਵੀ ਬਿਰਤੀ ਹੈ। ਇਸੇ ਕਰਕੇ ਕਹਿੰਦੇ ਨੇ ਬਹੁਤਾ ਲਾਲਚੀ ਸੱਪ ਬਣਦਾ। ਮਹਾਰਾਜ ਕਹਿਣ ਲੱਗੇ ਦੂਜੇ ਭਾਈ ਖਵਾਈ, ਇਹ ਮਾਇਆ ਦੇ ਪ੍ਰਭਾਵ 'ਚ ਜੁੜ ਜਾਂਦਾ ਅਤੇ ਮਾਇਆ ਬਰਬਾਦ ਕਰ ਦਿੰਦੀ ਜੇ। ਮਾਇਆ ਵਿਅਕਤੀ ਦੇ ਅੰਦਰ ਦੀ ਸੋਚ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ। ਮਾਇਆ ਵਿਅਕਤੀ ਦੀ ਵਿਚਾਰ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ। ਮਾਇਆ ਵਿਅਕਤੀ ਦੀ ਧਰਮ ਦੀ ਪ੍ਰਕਿਰਤੀ ਨੂੰ ਖਤਮ ਕਰ ਦਿੰਦੀ ਹੈ। ਮਾਇਆ ਵਿਅਕਤੀ ਦੇ ਭਲੇ ਕਰਮਾਂ ਦੀ ਵਿਚਾਰਧਾਰਾ ਨੂੰ ਸਮੂਲ ਨਸ਼ਟ ਕਰ ਦਿੰਦੀ ਹੈ। ਮਾਇਆ ਦਾ ਤੇ ਸਰੂਪ ਸਮਝਦੇ ਹੁੰਦੇ ਜਿਵੇਂ ਬਹੁਤ ਸੋਹਣਾ ਕਿਸੇ ਬਾਗ ਵਿੱਚ ਅੰਬਾਂ ਦਾ ਬੂਟਾ ਰੁੱਖ ਹੈ, ਬੜੇ ਖੂਬਸੂਰਤ ਵਧੀਆ ਫਲ ਲੱਗਦੇ ਨੇ, ਪਰ ਉਹਦੀ ਜੜ੍ਹ 'ਚ ਕਮਰਬੇਲ ਪੈਦਾ ਹੋ ਗਈ। ਮਾਲੀ ਨੇ ਧਿਆਨ ਨਹੀਂ ਕੀਤਾ। ਜੇ ਕਿਸੇ ਕਿਹਾ ਤਾਂ ਲੋਕਾਂ ਕਿਹਾ ਲੈ ਇੰਨੀ ਕੋਮਲ ਜੀ ਵੇਲ ਹੈ, ਕਾਹਨੂੰ ਕੱਟਦਾ ਫਿਰਦਾ। ਮਾਲੀ ਲੋਕਾਂ ਦੇ ਕਹਿਣੇ 'ਚ ਆ ਗਿਆ, ਉਸ ਵੇਲ ਨੂੰ ਕੱਟਿਆ ਨਹੀਂ। ਬਸ ਵੇਲ ਇੱਕ ਵਾਰ ਜਰਾ ਮੁੱਢ ਤੋਂ ਉੱਪਰ ਗਈ ਅਤੇ ਫਿਰ ਉਸਨੇ ਹੌਲੀ ਹੌਲੀ ਕੁਝ ਸਾਲਾਂ ਦੇ ਵਿੱਚ ਉਸ ਰੁੱਖ ਦਾ ਸਤਿਆਨਾਸ਼ ਕਰ ਦਿੱਤਾ। ਰੁੱਖ ਤਾਂ ਹੈ, ਹਰਿਆਵਲ ਵੀ ਹੈ, ਪਰ ਉਹ ਹਰਿਆਵਲ ਹੁਣ ਉਸ ਅੰਬ ਦੀ ਨਹੀਂ ਹੈ, ਉਸ ਵੇਲ ਦੀ ਹੈ। ਹੁਣ ਉਸ ਨੂੰ ਅੰਬ ਨਹੀਂ ਲੱਗਦੇ, ਫਲ ਨਹੀਂ ਲੱਗਦੇ, ਲੋਕਾਂ ਵਾਸਤੇ ਕੁਛ ਨਹੀਂ, ਸਿਰਫ ਸੜਨ ਦੇ ਕੰਮ ਆਏਗਾ। ਹੁਣ ਸਿਰਫ ਬਾਲਣ ਬਾਕੀ ਰਹਿ ਗਿਆ ਹੈ। ਅੰਬ ਦਾ ਬੂਟਾ ਖਤਮ ਹੋ ਚੁੱਕਾ ਹੈ, ਫਲਦਾਰ ਛਾਇਆ ਮੁੱਕ ਚੁੱਕੀ ਹੈ। ਇਸੇ ਤਰ੍ਹਾਂ ਜਦੋਂ ਸਾਡੇ 'ਤੇ ਇਹ ਹੌਲੀ ਹੌਲੀ ਮਾਇਆ ਪ੍ਰਭਾਵਿਤ ਕਰਦੀ ਹੈ, ਸਾਡੇ ਜੀਵਨ ਦੇ ਫਲ ਨਸ਼ਟ ਹੋ ਜਾਂਦੇ ਨੇ। ਵੇਖਣ ਨੂੰ ਤਾਂ ਹਰਿਆਵਲ ਹੁੰਦੀ ਹੈ, ਪਰ ਕੇਵਲ ਉਹ ਈਰਖਾ ਦੀ ਅੱਗ ਵਿੱਚ ਸੜਨ ਜੋਗਾ ਰਹਿ ਜਾਂਦਾ। ਇਸੇ ਕਰਕੇ ਮਾਇਆਵੀ ਵਿਅਕਤੀ ਈਰਖਾ ਦੀ ਅੱਗ 'ਚ ਹਰ ਵਕਤ ਸੜਦੇ ਰਹਿੰਦੇ ਨੇ। ਪਰ ਇੱਕ ਬੇਨਤੀ ਹੋਰ ਕਰਦੇ ਹਾਂ, ਮਾਇਆ ਦਾ ਪ੍ਰਭਾਵ ਕਿਹਨਾਂ 'ਤੇ ਪੈਂਦਾ ਅਤੇ ਕਿਹਨਾਂ 'ਤੇ ਪੈ ਸਕਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿ ਕਬੀਰ ਜਿਸ ਉਦਰ ਤਿਸ ਮਾਇਆ। ਇੰਨਾ ਖਤਰਨਾਕ ਪੱਖ ਹੈ, ਬਚ ਕੇ ਰਹਿਣਾ ਪੈਣਾ। ਵੀ ਜਿਸ ਨੂੰ ਵੀ ਭੁੱਖ ਲੱਗਦੀ ਹੈ, ਭੁੱਖ ਲੱਗਦੇ ਮਤਲਬ ਜਿਹਦਾ ਪੇਟ ਕੰਮ ਕਰਦਾ, ਜਿਹਦਾ ਪੇਟ ਹੈ, ਉਹਦੇ ਉੱਤੇ ਮਾਇਆ ਦਾ ਪ੍ਰਭਾਵ ਹੋ ਸਕਦਾ ਹੈ। ਵੀ ਤੂੰ ਛੁਟਕਾਰਾ ਹੋਏਗਾ, ਕਹਿਣ ਲੱਗੇ ਹਾਂ ਤਬ ਛੂਟੇ ਜਬ ਸਾਧੂ ਪਾਇਆ। ਮਾਇਆ ਦੀ ਬਿਮਾਰੀ ਤੋਂ ਤਾਂ ਬਚਾਅ ਹੋਏਗਾ ਜਦੋਂ ਗੁਰੂ ਮਿਲੇਗਾ। ਅਤੇ ਅੱਜ ਗੁਰੂ ਸਾਨੂੰ ਸਮਝਾ ਰਹੇ ਨੇ ਭਾਈ ਬਚ ਕੇ ਰਹਿਣਾ, ਇਹ ਬਰਲ ਪੈਦਾ ਕਰ ਦੀਜੇ। ਮਹਾਰਾਜ ਦੀ ਬਰਲ ਨੂੰ ਕਿਸ ਤਰ੍ਹਾਂ ਵੇਖੀਏ। ਮਹਾਰਾਜ ਕਹਿਣ ਲੱਗਿਆ ਤੂੰ ਸਭ ਤੋਂ ਨੇੜੇ ਦਾ ਦਰਸ਼ਨ ਕਰਾਉਂਦੇ ਆ। ਸਾਡੇ ਸਭ ਤੋਂ ਨੇੜੇ ਕੌਣ ਹੈ? ਸੰਸਾਰ ਦਾ ਸਭ ਤੋਂ ਨਜ਼ਦੀਕੀ ਦਾ ਰਿਸ਼ਤਾ ਸੰਤਾਨ ਦੇ ਨਾਲ ਹੁੰਦਾ ਹੈ, ਸੰਤਾਨ ਦਾ ਮਾਪਿਆਂ ਨਾਲ ਹੁੰਦਾ ਹੈ। ਅਤੇ ਸਾਡਾ ਸਭ ਤੋਂ ਰਿਸ਼ਤਾ ਨਹੀਂ ਤਾਂ ਮਾਤਾ ਪਿਤਾ ਨਹੀਂ ਹੋਵੇਗਾ ਨਾ, ਜਿਨ੍ਹਾਂ ਦੇ ਘਰ ਸੰਤਾਨ ਨਹੀਂ ਹੈ ਪਰ ਮਾਤਾ ਪਿਤਾ ਤਾਂ ਹੈਗੇ ਨੇ ਨਾ। ਇਸ ਕਰਕੇ ਕਹਿੰਦੇ ਨੇ ਸੰਤਾਨ ਦੀਆਂ ਗੱਲਾਂ ਇਸੇ ਕਰਕੇ ਘੱਟ ਹੁੰਦੀਆਂ ਨੇ
ਕਿਉਂਕਿ ਜ਼ਰੂਰੀ ਨਹੀਂ ਕਿ ਹਰ ਇੱਕ ਸੰਤਾਨ ਵਾਲੀ ਅਵਸਥਾ 'ਤੇ ਪਹੁੰਚਾ ਹੋਵੇ, ਹਰ ਇੱਕ ਦੇ ਘਰ ਸੰਤਾਨ ਹੋਵੇ, ਕੋਈ ਬਾਲਕ ਅਵਸਥਾ 'ਚ ਜੇ, ਪਰ ਮਾਤਾ ਪਿਤਾ ਤਾਂ ਹੈ ਨਾ। ਇਹ ਆਪ ਹੈ ਦਾ ਮਤਲਬ ਮਾਤਾ ਪਿਤਾ ਹੈ ਨੇ ਇਹਦੇ, ਕਿਉਂਕਿ ਮਾਤਾ ਪਿਤਾ ਸਭ ਹੇਤ ਹੈ। ਇਹ ਚੇਤਾ ਰੱਖਣਾ, ਅਗਰ ਗੁਰੂ ਕਾ ਗਿਆਨ ਦਿਮਾਗੋ ਦਿਮਾਗ 'ਚ ਪ੍ਰਭਾਵ ਨਹੀਂ ਕਰਦਾ ਤੇ ਮਾਤਾ ਪਿਤਾ ਹੀ ਸਭ ਤੋਂ ਪਹਿਲਾਂ ਮਾਇਆ ਦਾ ਪ੍ਰਭਾਵ ਹੁੰਦਾ ਜੇ। ਔਰ ਜਿੱਥੇ ਤਰੱਕੀ ਵਾਸਤੇ ਸਭ ਤੋਂ ਪਹਿਲਾਂ ਮਾਤਾ ਪਿਤਾ ਕੰਮ ਕਰਦੇ ਨੇ, ਅਧਿਆਤਮਿਕ ਜ਼ਿੰਦਗੀ ਵਿੱਚ ਮਾਤਾ ਪਿਤਾ ਨੂੰ ਪੂਜਣ ਯੋਗ ਮੰਨਿਆ ਜਾਂਦਾ ਹੈ, ਉੱਥੇ ਸਭ ਤੋਂ ਅੱਗੇ ਪਹਿਲਾਂ ਮੋਹ ਦਾ ਪ੍ਰਭਾਵ ਤੇ ਮਾਤਾ ਪਿਤਾ 'ਤੇ ਪੈਂਦਾ ਹੈ, ਅਤੇ ਮਾਤਾ ਪਿਤਾ ਦੇ ਥਰੂ ਸਾਡੇ 'ਤੇ ਪੈਂਦਾ। ਸਭ ਤੋਂ ਵੱਧ ਮੋਹ ਦਾ ਪ੍ਰਭਾਵ ਸਾਡੇ 'ਤੇ ਸਾਡੇ ਮਾਤਾ ਪਿਤਾ ਦੇ ਸਦਕੇ ਪਿਆ। ਪਾਤਸ਼ਾਹ ਕਹਿਣ ਲੱਗੇ, ਮਾਤਾ ਪਿਤਾ ਸਭ ਮੋਹ ਹੇਤ ਹੈ। ਹੇਤ ਸ਼ਬਦ ਦਾ ਮਤਲਬ ਵੀ ਮੋਹ ਹੀ 'ਤੇ ਹੈ। ਮਾਤਾ ਪਿਤਾ ਦਾ ਹੇਤ ਹੈ, ਮਾਤਾ ਪਿਤਾ ਦਾ ਮੋਹ ਹੈ। ਸਭ ਤੋਂ ਵੱਡਾ ਸਾਡੇ 'ਤੇ ਮਾਤਾ ਪਿਤਾ ਦਾ ਮੋਹ ਹੁੰਦਾ ਹੈ। ਲੋਕ ਕਹਿੰਦੇ ਨੇ ਮਾਤਾ ਪਿਤਾ ਦੇ ਮੋਹ ਕਰਕੇ, ਅਤੇ ਮਾਤਾ ਪਿਤਾ ਪਾਲਦੇ ਨੇ ਬੱਚੇ ਨੂੰ ਮੋਹ ਕਰਕੇ। ਹੇਤੇ ਪਲਚਾਈ, ਪਰ ਇਹ ਮੋਹ ਇਸ ਨੂੰ ਪਲਚਦਾ ਹੈ। ਪਲਚ ਸਗਲੀ ਮੂਈ, ਆਪਾਂ ਕਿਤੇ ਕਿਤੇ ਪੜ੍ਹਦੇ ਨਾ, ਪਲਚ ਦਾ ਮਤਲਬ ਹੁੰਦਾ ਹੈ, ਜੇ ਸਮਝਣਾ ਹੋਵੇ, ਜਿਵੇਂ ਕੋਈ ਵਿਅਕਤੀ ਰਾਹੇ ਰਾਹ ਤੁਰਿਆ ਜਾਂਦਾ ਹੈ, ਇੱਕ ਪਾਸੇ ਉਹਦੇ ਸਾਫ ਸੁਥਰੀ ਜਗ੍ਹਾ ਹੈ, ਢਲਾਨ 'ਤੇ ਤੁਰਿਆ ਜਾਂਦਾ ਖੜਾ, ਅਤੇ ਇੱਕ ਪਾਸੇ ਥੱਲੇ ਚਿੱਕੜ ਹੈ। ਢਲਾਨ ਤੋਂ ਦਾ ਪੈਰ ਤਿਲਕਿਆ ਅਤੇ ਚਿੱਕੜ 'ਚ ਡਿੱਗ ਪਿਆ। ਹੁਣ ਯਕਦਮ ਡੁੱਬ ਗਿਆ? ਨਹੀਂ, ਯਕਦਮ ਨਹੀਂ ਡੁੱਬਿਆ। ਪਹਿਲਾਂ ਚਿੱਕੜ 'ਚ ਆਲੂਦ ਹੋਇਆ ਹੈ, ਚਿੱਕੜ 'ਚ ਲਿਬੜਿਆ ਹੈ, ਉੱਠਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਲਾ ਦੁਆਲਾ ਤਿਲਕਣਾ ਹੋ ਜਾਂਦਾ ਹੈ, ਹੁਣ ਉੱਥੋਂ ਖਲੋਤਾ ਨਹੀਂ ਜਾਂਦਾ। ਆ ਕਦੇ ਕਦੇ ਵੇਖਿਆ ਹੋਣਾ, ਚਿੱਕੜ ਹੋਵੇ, ਆਲਾ ਦੁਆਲਾ ਢਲਾਨ ਹੋਵੇ, ਉੱਠਣ ਦੀ ਕੋਸ਼ਿਸ਼ ਕਰਦਾ ਹੈ, ਉੱਠਿਆ ਨਹੀਂ ਜਾਂਦਾ, ਫਿਰ ਚਿੱਕੜ 'ਚ ਡਿੱਗ ਪੈਂਦਾ ਹੈ। ਫਿਰ ਇੱਕ ਅੱਧਾ ਗੋਤਾ ਗਾਤਾ ਆਉਂਦਾ ਹੈ, ਮੂੰਹ ਸਿਰ ਚਿੱਕੜ ਨਾਲ ਭਰ ਜਾਂਦਾ ਹੈ। ਹੌਲੀ ਹੌਲੀ ਉਹ ਅਗਰ ਕੋਈ ਬਚਾਏ ਨਾ, ਤੇ ਇਹੋ ਜਿਹਾ ਜੀ ਬਾਰ ਤਿਲਕ ਤਿਲਕੇ ਆਖਿਰ ਚਿੱਕੜ 'ਚ ਹੀ ਮਰ ਜਾਂਦਾ ਹੈ। ਇਹ ਪਲਚ ਸਗਲੀ ਮੂਈ ਹੈ। ਤਿਲਕ ਕੇ ਬਰਬਾਦ ਹੋ ਕੇ ਖੱਪ ਕੇ ਮਰ ਜਾਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਜੀ, ਗੱਲ ਭਾਰੀ ਹੈ। ਜੇ ਅਸੀਂ ਮੋਹ ਤੋਂ ਬਚ ਨਾ ਸਕੇ ਤੇ ਮੋਹ ਦੇ ਵਿੱਚ ਹੀ ਇਸ ਤਰ੍ਹਾਂ ਤਿਲਕ ਕੇ ਡੁੱਬ ਕੇ ਮਰ ਜਾਂਦੇ ਆ। ਘਰ ਪਰਿਵਾਰ ਦੇ ਦਾਇਰੇ ਵਿੱਚ ਹੀ ਲੋਕ ਡੁੱਬ ਕੇ ਮਰ ਜਾਂਦੇ ਨੇ। ਜੇ ਦੂਜੇ ਪਾਸੇ ਚਲੇ ਜਾਈਏ ਤੇ ਹੀ ਘਰ ਪਰਿਵਾਰ ਦਾ ਦਾਇਰਾ ਉਸ ਨੂੰ ਤਾਰਨ 'ਚ ਸਮਰੱਥ ਹੋ ਜਾਂਦਾ। ਥੋੜ੍ਹੀ ਦੇਰ ਪਹਿਲਾਂ ਇੱਥੇ ਕੀਰਤਨ ਆਸਾ ਕੀ ਵਾਰ ਕਾ ਹੋ ਰਿਹਾ ਸੀ, ਅਤੇ ਆਸਾ ਕੀ ਵਾਰ ਦੇ ਵਿੱਚ ਇੱਕ ਰਸ ਹੈ, ਇੱਕ ਰਹੱਸ ਹੈ। ਇੱਕ ਪਾਸੇ ਕਹਿੰਦੇ ਨੇ ਇਹ ਮਾਤਾ ਪਿਤਾ ਪੂਜਣ ਯੋਗ ਨੇ, ਭੈਣ ਭਰਾ ਧੀਆਂ ਪੁੱਤਰ ਪਤੀ ਪਤਨੀ ਇਹ ਸਭ ਸੰਬੰਧ ਪੂਜਣ ਯੋਗ ਨੇ, ਕਰਤੇ ਨੇ ਬਣਾ ਕੇ ਦਿੱਤੇ ਨੇ। ਪਰ ਦੂਜੇ ਪਾਸੇ ਜੇ ਜਿਵੇਂ ਆਪਾਂ ਪਹਿਲਾਂ ਵਿੱਚ ਬਰਲ ਪੈ ਕੇ ਸੱਜੇ ਪਾਸੇ ਜੁੜੇ ਹੋ ਅਤੇ ਸਭ ਪਵਿੱਤਰ ਨੇ, ਸਾਰੇ ਸੰਬੰਧ ਪਵਿੱਤਰ ਨੇ। ਅਤੇ ਜੇ ਕਿਸੇ ਕਰਕੇ ਦੂਜੇ ਪਾਸੇ ਜੁੜ ਗਏ ਤਾਂ ਫਿਰ ਕੀ ਹੋਏਗਾ? ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਮਾਤਾ ਪਿਤਾ ਵੀ ਕੂੜ ਹੋ ਗਏ, ਪਤੀ ਪਤਨੀ ਸੰਬੰਧ ਵੀ ਕੂੜ ਹੋ ਗਏ। ਉੱਥੇ ਦੱਸਿਆ ਨਾ, ਕੂੜੈ ਨੇਹੁ ਲੱਗਾ। ਕੂੜ ਵਿਅਕਤੀ ਭਰ ਗਿਆ, ਬਰਲ ਪੈ ਗਿਆ, ਹੁਣ ਵਿਕਰਤ ਹੋ ਗਿਆ, ਦੂਜੇ ਪਾਸੇ ਲੱਗ ਗਿਆ, ਦੂਜਾ ਖੁਆਈ ਮਾਇਆ ਦੇ ਪਾਸੇ ਲੱਗ ਗਿਆ, ਅਤੇ ਇਹਦੀ ਮੱਤ ਵਿੱਚ, ਇਹਦੀ ਵੀ ਬੁੱਧ ਵਿੱਚ ਕੇਵਲ ਮਾਇਆ ਭਰ ਗਈ ਹੈ, ਅਤੇ ਮਾਇਆ ਨੇ ਕੂੜ ਦਾ ਅਸਰ ਐਸਾ ਪੈ ਗਿਆ ਕਿ ਹੁਣ ਆਪ ਵੀ ਕੂੜ ਰੂਪ ਹੋ ਗਿਆ, ਅਤੇ ਇਹਦੇ ਰਿਸ਼ਤੇ ਵੀ ਕੂੜ ਰੂਪ ਹੋ ਗਏ ਨੇ, ਕਿਉਂਕਿ ਇਹਨਾਂ ਦੇ ਵਿੱਚ ਹੁਣ ਰੱਬ ਦਾ ਚੇਤਾ ਨਹੀਂ ਹੈ। ਕੂੜੈ ਨੇਹੁ ਲੱਗਾ, ਕੂੜ ਦਾ ਕੂੜ ਦੇ ਨਾਲ ਨੇਹ ਲੱਗ ਗਿਆ, ਪ੍ਰੇਮ ਲੱਗ ਗਿਆ, ਅਤੇ ਪਹਿਚਾਨ ਕਹਿੰਦੀ ਵਿਸਰਿਆ ਕਰਤਾਰ। ਅਤੇ ਜੇ ਇਸ ਪ੍ਰੇਮ ਦੇ ਵਿੱਚ ਕਰਤਾਰ ਚੇਤੀ ਹੋਵੇ ਅਤੇ ਫਿਰ ਇਹ ਕੂੜ ਨਹੀਂ ਰਹੇਗਾ, ਫਿਰ ਸੱਤ ਹੋ ਜਾਏਗਾ। ਫਿਰ ਮਾਤਾ ਪਿਤਾ ਸੱਤ ਹੋਣਗੇ, ਫਿਰ ਪਤੀ ਪਤਨੀ ਸੱਤ ਹੋਣਗੇ, ਭੈਣ ਭਰਾ ਇਹ ਸੱਤ ਹੋਣਗੇ, ਇਹ ਸਾਰੇ ਸੰਬੰਧ ਸੱਤ ਹੋ ਜਾਣਗੇ। ਕਿਉਂਕਿ ਦੋ ਚੀਜ਼ਾਂ ਨੇ ਨਾ, ਸੱਤ ਹੈ ਜਾਂ ਕੂੜ। ਹੁਣ ਕੂੜ ਨਾਲ ਜੁੜ ਗਏ ਨੇ ਸਾਰੇ ਰਿਸ਼ਤੇ, ਕੂੜ ਨਾਲ ਭਰ ਗਏ ਨੇ ਸਾਰੇ ਰਿਸ਼ਤੇ, ਅਤੇ ਬਰਲ ਪਿਆ ਹੋਇਆ। ਅਤੇ ਜੇ ਸੱਤ ਨਾਲ ਭਰਪੂਰਨ ਹੈ ਅਤੇ ਭਗਤੀਮਈ ਫਿਰ ਮੰਦਰ ਹੈ, ਫਿਰ ਸਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਇਹ ਸਭ ਮੋਹ ਦੇ ਵਿੱਚ ਖਚਤ ਹੋ ਕੇ ਹੇਤੇ ਪਲਚਾਈ ਰਾਮ। ਮਹਾਰਾਜ ਇਹ ਮੋਹ ਦਾ ਪ੍ਰਭਾਵ ਸਾਡੇ 'ਤੇ ਕਿਉਂ ਪੈਂਦਾ ਹੈ? ਪ੍ਰਭਾਵ ਤਾਂ ਪੈ ਗਿਆ, ਪਰ ਪੁੱਛਣ ਦਾ ਹੱਕ ਸਾਡੇ ਕੋਲ ਹੈ ਕਿ ਮਹਾਰਾਜ ਸਾਡੇ ਜੀਆਂ 'ਤੇ ਅਸੀਂ ਜਨਮੇ ਕੋਈ ਗਿਆਨ ਮਤ ਵਿਚਾਰ ਲੈ ਕੇ ਥੋੜ੍ਹਾ ਜਨਮੇ ਸੀ ਇੱਥੇ ਹੀ ਸਿੱਖਿਆ ਸਭ ਕੁਝ,
पर साडे ते इस मोह का प्रभाव क्यों पैंदा है? महाराज कहन लगे, हेते पलचाई, आ हेत विच मोह विच पलच गए ने, खचत होए पए ने, डुब रहे ने लोग। पता क्यों? पूर्व कमाई, इन्हां पूर्वली कमाई मोह वाली कीती है। तो मतलब बहुत गहरा है कि साडे पूर्वले संस्कार, साडे पूर्वले कर्म हुण तक साडा पिछा नहीं जे छड्ड रहे। मत ख्याल करना किसी चंगे मंदे काम करके निकल जाएंगे, कोई नहीं वेखदा। ये चंगे मंदे कर्म बड़ी देर तक पिछा नहीं जे छड्डदे। कई बार वेख्या होना, इसनूं एक पक्ष कहंदे ने बहुत साहित्यक शब्दावली, तन मात्रा। तन मात्रा हुंदा वो जीवाणु पक्ष, छोटा जिहा अणु जो देखिया ते नहीं जाता पर हुंदा है, जिस ते सदके खुशबू ते बदबू उड्डदी है। असीं वेख्या होना ना, ਅਸੀਂ ਇੱਥੇ ਲਿਆ ਕੇ ਗੁਲਾਬ ਦਾ ਫੁੱਲ ਰੱਖ ਦਈਏ, ਉਹਨੂੰ ਜਰਾ ਕੁ ਹਿਲਾ ਦਿਓ, ਹਵਾ ਚੱਲ ਪਏ ਅਤੇ ਹੌਲੀ ਹੌਲੀ ਜਿਸ ਪਾਸੇ ਬੁੱਲੇ ਜਾ ਰਹੇ ਹੋਣਗੇ ਹਵਾ ਦੇ, ਉਸ ਪਾਸੇ ਖੁਸ਼ਬੂ ਉੱਡ ਰਹੀ ਹੈ। ਹੁਣ ਉਸ ਹਵਾ ਦੇ ਵਿੱਚ ਕੀ ਮਿਲਿਆ ਹੈ ਕਿ ਖੁਸ਼ਬੂ ਬਣੀ? ਗੁਲਾਬ ਦੀ ਤਨ ਮਾਤਰਾ ਉੱਡੀ ਹੈ, ਜਿਹਨੂੰ ਅਸੀਂ ਕਿਤੇ ਕਿਤੇ ਪਰਾਗ ਧੂੜ ਕਹਿੰਦੇ ਹਾਂ। ਇੱਕ ਪਰਾਗ ਕਣ ਦੇ ਵਿੱਚ ਸੈਂਕੜੇ ਤਨ ਮਾਤਰਾਵਾਂ ਆਉਂਦੀਆਂ ਨੇ, ਬਲਕਿ ਹਜ਼ਾਰਾਂ ਤੱਕ ਹੁੰਦੀਆਂ ਨੇ। ਅਤੇ ਸਾਡੇ ਤੋਂ ਤਾਂ ਸੱਖ ਦੇ ਨਾਲ एक पराग कण नहीं, पार्टिकल नहीं देखा जाता, ਉਹਦੇ ਵਿੱਚ ਸੈਂਕੜੇ नहीं हज़ारां अगां ਹੁੰਦੀਆਂ ਨੇ, ਭਾਵੇਂ इतनियां सूक्ष्म कि सिर्फ उस नूं पकड़न वास्ते करते ने सानूं नक दिता है। अखां हथ नहीं पकड़ सकते, तन्मात्रा नूं केवल नक पकड़दा। इसे करके बदबू अते खुशबू, नक दो चीज़ां पकड़दा जे। नक सर्दी गर्मी भी नहीं जे पकड़दा, खुशबू पकड़ लैंदा है, बदबू पकड़ लैंदा। ते कदे सोचिया कि साढ़े तो 10 कदम रूड़ी का मिट्टी का ढेर है, बदबू का ढेर है, गंदगी का। असी सड़क के दूजे पासे खड़े, साढ़े तक की पहुँच गया वो तन मात्रा पहुँची, हवा च उड़ गई है। सड़क के वास्ते सफ़र करदे कई बार सड़क के किनारे हड्डो रोला हो जाए तो देखिया ना, सानूं पता लग जाता डब्बे बंद होने के बावजूद भी, क्योंकि इतनी बारीक जिथे हवा है उत्थे तन्मात्रा पहुँची। तो तन्मात्रा है कि गुलाब का ही अंश है, उस रूड़ी का ही अंश है जो उड़ के साढ़े तक पहुँचा। इस तरह बीमारियां ते तंदुरुस्तियाँ भी हो सकती है ना। हॉस्पिटल के बैड तो एक मरीज़ उठ के जाता है, चादर बिल्कुल साफ सुथरी, घंटा पहला विछी है, तो इस डॉक्टर दूसरा मरीज़ पाउण तो पहले चादर बदल देंगे ने। असीं कहांगे लै हुणे तो विछाई सी, एक घंटा पहला मरीज़ बैठ के उठ के गया, पर उन्होंने पता है कि बैठ के उठ के गया है, अपनी बीमारी छड्ड गया है। बहुत कुछ इत्थे छड्ड के जांदा है। असीं तुसीं इत्थे बैठ के जांदे आ ना, बहुत कुछ इत्थे छड्ड जांदे आ, बहुत कुछ इत्थों लै जाने आ। इसे करके महाराज कहंदे ने, भाई इत्थे आके आपां तन स्वरूप की व्याख्यावां नहीं करते ना, इत्थे आके मन स्वरूप की व्याख्या करते हैं। जो इत्थे आके छड्ड के जाना है, इत्थे दुख पर हर दुख छड्ड दिया करो ते सुख घर लै जा। इत्थों आके दुख छड्ड जाओ तो सुख घर लैके जाओ। तो समझ सकीए ये तन मात्रावां जिस संसारक पद्धर ते ज्ञानी विज्ञानी पकड़ रहे ने, तो ये इन्हां दे चंगे ते मंदे कर्मां दे, जिन्हों असीं संस्कार कहने आ, प्रभाव कहने आ, कर्मां दा किलबिख कहने आ, ये कई जन्म तक साडे पिछे चलदा रहिंदा। ठीक है, साडे कोल इन्हां चीज़ां दे सबूत नहीं हुंदे कि असीं दिखा सकी, देखो जी आ फलाने कर्म दे नतीजे करके होया। पर कई बार वेख्या बिना कारण ही व्यक्ति घरों चंगा भला तुरन जाता है, सैर करन जाता है, किसी दुनियावी कारज ते नहीं गया, सैर करन गया, सामने कोई तेज़ रफ्तार गड्डी आई, फेट वजी, थां ही मर गया। पुछे बंदे का की दोष है? आखे ड्राइवर का दोष है। ड्राइवर भी तो ठीक साइड तो आ रहा से। दोष कि असीं मनुख का दोष लभदे फिरदे आ, उत्थे कारण तलाशे जाते हैं, मनुख का दोष लभ्या जाता है, और गाहे बगाहे असीं एक अद्धे मनुख का दोष कढ ही देने आ। ये खाते वो खाते असलियत च कर्म खेतर है, ये चक्कर कर्म का है, इसने उत्थे जाना है। क्योंकि जिस सरजमीन ते साडे जाके प्राण छुटने ने, जिस वजह करके छुटने ने, वो बन चुके ने। बस असीं उस थां दी तो समय की उड़ीक कर रहे हैं। तो जदों थां समा ते कारण ये तीन इकट्ठे हो जाते हैं, समझ लो ब्लास्ट हो जाता है, उदों मौत हो जाती, कोई नहीं बचा सकता। महाराज कहने लगे समझ सकिए पूर्व कमाई
ਸਾਡੇ ਪੁਰਬਲੇ ਕਰਮ ਹੀ ਸਾਨੂੰ ਮੋਹ ਵਿੱਚ ਪਾਉਂਦੇ ਨੇ, ਪੁਰਬਲੇ ਕਰਮ ਹੀ ਸਾਨੂੰ ਮੋਹ ਤੋਂ ਬਚਾਉਂਦੇ ਨੇ। ਆ ਮੋਹ ਤੋਂ ਬਚਣਾ ਤੇ ਮੋਹ ਤੋਂ ਫਸਣਾ ਕੇਵਲ ਇੱਕ ਦੂਜੇ ਦੀ ਸਲਾਹਾਂ ਨਾਲ ਕੁਛ ਨਹੀਂ ਹੋ ਸਕਦਾ। ਹਾਂ, ਅਸੀਂ ਜੋ ਕਰ ਰਹੇ ਹਾਂ ਨਾ, ਆਪਣਾ ਅੱਗਾ ਸਵਾਰ, ਇਸੇ ਕਰਕੇ ਨਾ ਆਗੇ ਕੋ ਕਦੇ ਕਿਹਾ ਪਿੱਛੇ ਕੋ ਨਹੀਂ। ਗੁਰਬਾਣੀ ਕਹਿੰਦੀ ਆਗੇ ਕੋ ਕਿਸ ਤੋਂ ਲੋਹਾ ਬਾਂਧੋ। ਉਹ ਭਾਈ ਇੱਥੇ ਜੋ ਕਰ ਰਹੇ ਹੋ ਇਹ ਦਿਨ ਆਪਣਾ ਫਿਊਚਰ ਸਵਾਰ ਸਕਦੇ ਹੋ, ਪਰ ਜੋ ਹੈ ਇਸ ਨੂੰ ਤੁਸੀਂ ਏਡੀ ਛੇਤੀ ਬਦਲ ਨਹੀਂ ਸਕਦੇ। ਵਪਾਰ ਕਰਨ ਵਾਲੇ ਵੀ, ਆ ਦਾਰਸ਼ਨਿਕ ਲੋਕ ਵੀ, ਜਿਤਨੇ ਸਿਆਣੇ ਮਨੁੱਖ ਇਸ ਪੱਧਰ ਦੇ ਆਏ ਨੇ, ਉਹ ਅੱਜ ਦੇ ਕੰਮ ਨੂੰ ਹਮੇਸ਼ਾ ਫਿਊਚਰ ਨਾਲ ਜੋੜਦੇ ਨੇ। ਭਈ ਉਹ ਜੋ ਅੱਜ ਕਰ ਰਹੇ ਹੋ ਇਹਦੇ ਨਾਲ ਤੁਹਾਡਾ ਆਉਣ ਵਾਲਾ ਕੱਲ੍ਹ ਸੁਖੀ ਹੋ ਸਕਦਾ ਹੈ। ਇਸ ਕਰਕੇ ਐਸਾ ਕੰਮ ਅੱਜ ਕਰੋ ਜਿਹਦੇ ਨਾਲ ਤੁਹਾਨੂੰ ਕੱਲ੍ਹ ਫਾਇਦਾ ਹੋਵੇ। ਗੁਰਬਾਣੀ ਵਿੱਚ ਵੀ ਇਹੀ ਕਿਹਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਕਿਛ ਲਾਹੇ ਉੱਪਰ ਘਾਲੀਐ। ਇਹੀ ਤੇ ਸੰਸਾਰ ਦਾ ਵਪਾਰਕ ਨਿਯਮ ਹੈ, ਇਹੀ ਧਾਰਮਿਕ ਨਿਯਮ ਹੈ। ਤੇ ਜੋ ਹੁਣ ਸਾਡੇ ਕੋਲ ਕੀ ਹੈ, ਇਹ ਸਾਡਾ ਪਿਛਲੇ ਕੱਲ੍ਹ ਦਾ ਕੀਤਾ ਹੋਇਆ। ਘਾਟਾ ਹੈ ਜਾਂ ਨਫਾ, ਚੰਗਾ ਹੈ ਜਾਂ ਮੰਦਾ, ਅਸੀਂ ਮੋਹ ਵਿੱਚ ਹਾਂ ਜਾਂ ਮੋਹ ਤੋਂ ਮੁਕਤ ਹਾਂ, ਅਸੀਂ ਕ੍ਰੋਧ ਵਿੱਚ ਹਾਂ ਜਾਂ ਪ੍ਰੇਮ ਦੇ ਵਿੱਚ ਹਾਂ, ਲੋਭ ਦੇ ਵਿੱਚ ਹਾਂ ਜਾਂ ਸੰਤੋਖ ਦੇ ਘਰ ਵਿੱਚ ਹਾਂ। ਇਹ ਸਾਡਾ ਪਿਛਲਾ ਕੱਲ੍ਹ ਦਾ ਕੀਤਾ ਹੋਇਆ ਕਰਮ ਹੈ, ਉਹਦਾ ਨਤੀਜਾ ਸਾਡੇ ਕੋਲ ਅੱਜ ਹੈ। ਜਿਵੇਂ ਅਸੀਂ ਕੱਲ੍ਹ ਜੋ ਕੁਝ ਖਾਧਾ ਹੈ ਉਹ ਅੱਜ ਸਾਡੇ ਤਨ 'ਤੇ ਪ੍ਰਗਟ ਹੁੰਦਾ ਹੈ। ਕੱਲ੍ਹ ਚੰਗਾ ਮੰਦਾ ਜੋ ਖਾਧਾ ਹੈ ਅੱਜ ਤਨ ਤੰਦਰੁਸਤੀ ਜਾਂ ਬਿਮਾਰੀ ਦੇ ਰੂਪ 'ਚ ਪ੍ਰਗਟ ਹੁੰਦਾ ਹੈ। ਇਸੇ ਤਰ੍ਹਾਂ ਜੋ ਕੁਝ ਵੀ ਅਸਾਂ ਕੱਲ੍ਹ ਕੀਤੇ ਅੱਜ ਦੇ ਨਤੀਜੇ ਭੁਗਤਣੇ ਨੇ। ਇਸੇ ਕਰ ਗੁਰਬਾਣੀ ਵੀ ਕਹਿੰਦੀ ਸੋਵੇ ਜੀਆ ਆਪਣਾ ਕੀਆ। ਕੱਲ੍ਹ ਤੈਨੂੰ ਕਹਿੰਦੇ ਸੀ ਮੰਨਿਆ ਨਹੀਂ ਤੂੰ, ਤੇ ਅੱਜ ਆਪਣਾ ਕੀਤਾ ਭੁਗਤ। ਫਿਰ ਮਹਾਰਾਜ ਨੇ ਇੱਕ ਬੜਾ ਲੰਬਾ ਸਰਕਲ ਦਰਸ਼ਨ ਕਰਾਇਆ ਨਾ ਭਗਤ ਬਾਣੀ ਵਿੱਚੋਂ, ਕਬੀਰ ਸਾਹਿਬ ਦੇ ਬਚਨ 'ਚੋਂ। ਇੱਕ ਬੈਲ ਦਾ ਦਰਸ਼ਨ ਕਰਾ ਕੇ ਮੋਹ ਦੇ ਵਿੱਚ ਬੱਝਾ ਹੋਇਆ ਮਨੁੱਖ ਭਗਤਾਂ ਦਾ, ਗੁਰਮੁਖਾਂ ਦਾ ਕਹਿਣਾ ਨਹੀਂ ਮੰਨਦਾ, ਗੁਜ਼ਰ ਜਾਂਦਾ ਹੈ। ਬੜੇ ਲੰਬੇ ਸਮੇਂ ਬਾਅਦ ਕਿਤੇ ਗੁਰਮੁਖ ਜਨ ਉਸ ਰਸਤੇ ਤੋਂ ਗੁਜ਼ਰਦੇ ਨੇ। ਇਹ ਦਾਰਸ਼ਨਿਕ ਗਾਥਾ ਹੈ ਗੁਰਬਾਣੀ 'ਚ ਦਰਸ਼ਨ ਕਰਨਾ। ਲੰਬੇ ਅਰਸੇ ਬਾਅਦ ਗੁਰਮੁਖ ਉਸ ਸੜਕ ਤੋਂ ਗੁਜ਼ਰਦੇ ਨੇ ਤੇ ਇੱਕ ਬੈਲ ਪਰਿਵਾਰ ਨੇ ਬਾਹਰ ਖੂੰਟੇ ਕਿੱਲੇ ਨਾਲ ਬੰਨ੍ਹਿਆ ਹੋਇਆ। ਹੁਣ ਬੈਲ ਕਿੱਲੇ ਨਾਲ ਬੰਨ੍ਹਿਆ ਤੇ ਹੋਇਆ, ਭਗਤ ਵੱਲ ਵੇਖ ਕੇ ਸਿਰ ਮਾਰਦਾ, ਸਿਰ ਹਿਲਾਉਂਦਾ, ਕੰਨ ਹਿਲਾਉਂਦਾ। ਭਗਤ ਖਲੋ ਜਾਂਦੇ ਨੇ, ਹੱਸ ਪੈਂਦੇ, ਕਹਿਣ ਲੱਗੇ ਓਹ ਹੋ ਤੂੰ ਪਛਾਣ ਲਿਆ ਸਾਨੂੰ। ਉਹ ਵੀ ਸਿਰ ਮਾਰਦਾ। ਭਗਤ ਕਹਿੰਦੇ ਮੈਂ ਵੀ ਪਛਾਣ ਲਿਆ, ਤੂੰ ਕੌਣ ਹੈ ਭਾਈ। ਕਹਿਣ ਲੱਗੇ ਜਨ ਭਗਤ ਨੂੰ ਕਿਉਂ ਕਹਿਓ ਨਾ ਮਾਨੂੰ। ਤੈਨੂੰ ਤੇ ਭਗਤਾਂ ਨੇ ਕਿਹਾ ਸੀ, ਰੱਬ ਦੇ ਬੰਦਿਆਂ ਨੇ ਕਿਹਾ ਸੀ ਭਲਾ ਕਰ, ਨਹੀਂ ਮੰਨਿਆ। ਸਾਨੂੰ ਸਮਝ ਆਏ ਨਾ ਕਦੇ ਬਚਨ ਪੜ੍ਹਨਾ ਗੁਰਬਾਣੀ 'ਚ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ, ਭਗਤਾਂ ਨੇ ਕਿਹਾ ਭਾਈ ਚੰਗੇ ਕਰਮ ਕਰਿਆ ਕਰ, ਨੇਕ ਕਰਮ ਕਰਿਆ ਕਰ। ਨਹੀਂ ਮੇਰੇ ਮੈਂ ਕਰਦਾ ਰਿਹਾ ਤੇ ਨਤੀਜਾ ਬੈਲ ਬਣ ਗਿਆ। ਮੈਂ ਕਰਦਾ ਰਿਹਾ ਸੀ, ਮੇਰਾ ਪਰਿਵਾਰ ਮੈਂ ਕਰ ਗਿਆ, ਬੈਲ ਬਣ ਗਿਆ। ਹੁਣ ਬੈਲ ਬਣ ਗਿਆ ਤੇ ਬੈਲ ਦੀ ਜੋ ਹਾਲਤ ਹੈ ਭਗਤ ਨਹੀਂ ਪੈ ਰਹੀ ਹੈ। ਉਹਨਾਂ ਨੱਕ 'ਚ ਨੱਥ ਪਾਈ ਹੋਈ ਹੈ, ਮੋਢਾ 'ਤੇ ਟੁੱਟਾ ਪਿਆ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਕਈ ਵਾਰ ਲੋਕ ਬਲਦਾਂ ਦੇ ਨਾ ਮੋਢਿਆਂ ਕੰਨਾਂ 'ਤੇ ਝਟਕੇ ਲੱਗ ਜਾਂਦੇ ਸੀ, ਸੁੱਜ ਜਾਣੇ, ਜਿਹਨੂੰ ਟੂਟੇ ਕਾਂਦਨ ਕਹਿੰਦੇ ਨੇ। ਟੁੱਟਾ ਪਿਆ ਹੈ, ਹੁਣ ਹੱਥ ਨਹੀਂ ਸਹਾਰਦਾ, ਜੂੜਾ ਤੇ ਬੜੀ ਦੂਰ ਦੀ ਗੱਲ ਹੈ, ਪਰ ਫਿਰ ਵੀ ਅਗਲੇ ਛੱਡਦੇ ਨਹੀਂ, ਗੱਡਾ ਫਿਰ ਵੀ ਜੋ ਲੈਂਦੇ ਨੇ। ਸਾਰਾ ਦਿਨ ਜਦੋਂ ਨਹੀਂ ਕੰਮ ਕਰਦਾ ਤੇ ਫਿਰ ਛੱਡ ਦਿੰਦੇ ਨੇ। ਹੁਣ ਜੋ ਕੰਮ ਕਰਨ ਵਾਲੇ ਬਲਦਾਂ ਨੂੰ ਤੇ ਚੰਗੇ ਹਰੇ ਪੱਠੇ ਮਿਲਦੇ ਨੇ। ਹੁਣ ਦਾ ਕੰਧਾ ਟੁੱਟ ਕੇ ਇਹ ਕੰਮ ਹੁੰਦਾ ਨਹੀਂ, ਚੁਗਿਆ ਜਾਂਦਾ ਨਹੀਂ, ਪਰ ਅਗਲੇ ਪੱਠੇ ਵੀ ਨਹੀਂ ਪਾਉਂਦੇ। ਪਾਉਂਦੇ ਕੀ ਨੇ? ਤੂੜੀ, ਸੁੱਕੀ ਤੂੜੀ ਖਾਣ ਨੂੰ ਮਿਲਦੀ ਹੈ। ਭਗਤ ਵੈਰਾਗ 'ਚ ਆ ਕੇ ਕਹਿਣ ਲੱਗੇ ਭਲਿਆ ਜੇ ਕਿਤੇ ਭਗਤਾਂ ਦਾ, ਸਿਆਣੇ ਬੰਦਿਆਂ ਦਾ ਕਹਿਣਾ ਮੰਨਿਆ ਹੁੰਦਾ ਤੇ ਅੱਜ ਤੇਰੀ ਹਾਲਤ ਆ ਨਾ ਹੁੰਦੀ। ਅਸੀਂ ਸੁਣਿਆ ਨਾ, ਟੂਟੇ ਨਾਕ ਨੇ ਟੂਟੇ ਕਾਂਦਨ ਕੋਦੋਂ ਕੋ ਪਸ ਖਾਈ ਹੈ, ਸਾਰੋ ਦਿਨ ਡੋਲਤ ਬਨ ਮਹੀਆਂ ਅਜੋ ਨਾ ਪੇਟ ਅਘਾਈ ਹੈ। ਜਨ ਭਗਤਨ ਕੋ ਕਹਿਓ ਨਾ ਮਾਨੋ ਕਿਉ ਆਪਣੋ ਪਈ ਹੈ। ਇਹ ਦੋਸ਼ ਕਿਸੇ ਦਾ ਨਹੀਂ ਗਾ, ਤੂੰ ਮੰਨਿਆ ਨਹੀਂ, ਤੂੰ ਕਹਿੰਦਾ ਨਹੀਂ ਮੈਂ ਹੀ ਮੋਹ ਕਰਕੇ ਪੰਡ ਚੁੱਕੀ ਫਿਰਦਾ ਨਹੀਂ। ਸਮਝ ਰੱਖੀਏ ਮੋਹ ਇੱਕ ਸੀਮਾ ਤੱਕ ਹੈ। ਸਮੇਂ ਬਾਅਦ ਆਪਣੇ ਪਰਿਵਾਰ ਨੂੰ ਉਹਦੀ ਜ਼ਿੰਮੇਵਾਰੀ ਸੌਂਪੀਏ। ਜਦੋਂ ਧੀਆਂ ਪੁੱਤਰ ਬਰਾਬਰ ਆ ਜਾਣ ਉਦੋਂ ਉਹਨਾਂ ਨੂੰ ਆਜ਼ਾਦੀ ਦੀ, ਆਪਣੇ ਕਾਰ ਵਿਹਾਰ ਕਰਨ ਦੀ, ਆਪਣੇ ਨਿੱਜੀ ਫੈਸਲੇ ਕਰਨ ਦੀ ਆਜ਼ਾਦੀ ਚਾਹੀਦੀ ਉਹਨਾਂ ਨੂੰ। ਤੁਸੀਂ ਹਰ ਕੰਮ 'ਚ ਟੰਗ ਅੜਾਉਂਦੇ ਹੋ ਅਤੇ ਨਤੀਜਾ ਤੁਹਾਨੂੰ ਭੁਗਤਣਾ ਪੈਣਾ ਹੈ। ਹਰ ਵਕਤ ਉਹਨਾਂ ਦੀ ਪ੍ਰਾਈਵੇਸੀ 'ਚ ਦਖਲ ਦਿੰਦੇ ਹੋ, ਨਤੀਜੇ ਤੁਹਾਨੂੰ ਭੁਗਤਣੇ ਪੈਣੇ ਨੇ। ਅੱਜ ਜੋ ਟੈਨਸ਼ਨ ਅਤੇ ਸਾਡੇ 'ਤੇ ਦਬਾਅ ਨੇ ਵਿਕਾਰਾਂ ਦੇ, ਇਹਨਾਂ ਚੀਜ਼ਾਂ ਦੇ ਹੀ ਨੇ
कि असीं ਜ਼ਰੂਰਤ ਤੋਂ ਜ਼ਿਆਦਾ ਇਨਵਾਲਵ ਹਾਂ ਤੇ ਲੋਕ ਇਨਵਾਲਵ ਰਹੇ ਨੇ, ਇਸ ਕਰਕੇ ਅੱਜ ਟੈਨਸ਼ਨ ਹੈ। ਗਿਆਨ ਕੀ ਕਹਿੰਦਾ ਹੈ? ਇੱਕ ਸੀਮਾ ਤੱਕ ਇਨਵਾਲਵ ਰਹੋ ਆਪਣੇ ਧੀਆਂ ਪੁੱਤਰਾਂ ਭੈਣ ਭਰਾਵਾਂ ਦੇ। ਸੀਮਾਵਾਂ ਨੇ ਹਰ ਇੱਕ ਦੀਆਂ, ਭੈਣ ਭਰਾ ਦੇ ਰਿਸ਼ਤੇ ਦੀਆਂ ਸੀਮਾਵਾਂ ਨੇ। ਹੁਣ ਤੇ ਕਾਨੂੰਨ ਕਹਿੰਦਾ ਨਾ ਪਤੀ ਪਤਨੀ ਰਿਸ਼ਤੇ ਦੀਆਂ ਸੀਮਾਵਾਂ ਨੇ, ਉਹਦੀ ਆਪਣੀ ਆਜ਼ਾਦੀ ਹੈ, ਉਹਦੀ ਆਪਣੀ ਆਜ਼ਾਦੀ, ਭਾਵੇਂ ਸਮਾਜ ਐਕਸੈਪਟ ਕਰ ਪਾਇਆ ਜਾਂ ਨਹੀਂ ਕਰ ਪਾਇਆ, ਦੁਨੀਆ ਦੇ ਲੋਕ ਇਸ ਨੂੰ ਮੰਨ ਪਾਏ ਕਿ ਨਹੀਂ ਮੰਨ ਪਾਏ, ਪਰ ਸੱਚਾਈ ਇਹ ਹੈ ਕਿ ਭਾਈ ਹਰ ਬੰਦੇ ਦੀ ਆਪਣੀ ਆਜ਼ਾਦੀ ਹੈ ਔਰ ਉਸ ਨੂੰ ਪਰਸਨਲੀ ਜੀਵਨ ਜਿਉਣ ਦਾ ਹੱਕ ਹੈ। ਆਜ਼ਾਦ ਧਰਮ ਹੀ ਕਹਿੰਦਾ ਤੈਨੂੰ ਨਿੱਜੀ ਜੀਵਨ ਜਿਉਣ ਦਾ ਹੱਕ ਹੈ, ਤੇਰੀ ਮਰਜ਼ੀ, ਤੂੰ ਕਿਸ ਤਰ੍ਹਾਂ ਰਾਮ ਕਹਿਣਾ, ਤੂੰ ਸਿਮਰਨ ਕਿਵੇਂ ਕਰਨਾ, ਕਰਮ ਕਿਵੇਂ ਕਰਨਾ, ਕਿਹਦੇ ਨਾਲ ਕੀ ਕਰਨਾ, ਤੈਨੂੰ ਆਪਣੇ ਕਰਤੱਵ ਦੀ ਆਪਣੀ ਡਿਊਟੀ ਦਾ ਪਤਾ ਹੋਣਾ ਚਾਹੀਦਾ। ਹੇਤੇ ਪਲਚਾਈ ਪੁਰਬ ਕਮਾਈ ਮੇਟ ਨ ਸਕੈ ਕੋਈ, ਫਿਰ ਉਸ ਨੂੰ ਕੋਈ ਮਿਟਾ ਨਹੀਂ, ਤੇ ਭੁਗਤਣੇ ਪੈਣੇ। ਸਿਰਫ ਇੱਕ ਅਵਸਥਾ ਹੁੰਦੀ ਹੈ, ਇੰਨੀ ਸੁਰਤ ਉੱਚੀ ਉਠਾ ਦਿਓ ਜਾ ਕੇ ਸ਼ਬਦ ਕਰਮ ਮਿਟਾ ਦੇਵੇ, ਨਹੀਂ ਤੇ ਭੁਗਤਣੇ ਪੈਂਦੇ ਨੇ। ਮੇਟ ਨ ਸਕੈ ਕੋਈ, ਪਤਾ ਕਿਉਂ? ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਉਸ ਨੂੰ ਹੀ ਚਾਹੀਦਾ ਹੈ। ਕਰਤਾ ਪੁਰਖ ਨੂੰ ਇਹੋ ਜਿਹੇ ਲੋਕ ਵੀ ਚਾਹੀਦੇ ਨੇ। ਇੱਕ ਦਾਰਸ਼ਨਿਕ ਵਿਅਕਤੀ ਨੇ ਇੱਕ ਦਿਨ ਗੱਲ ਹੋਈ, ਕਹਿੰਦੇ ਇਹੋ ਜਿਹੀ ਬਰਸਾਤਾਂ ਵਿੱਚ ਦੇਖਦੇ ਹੋ ਨਾ, ਤੁਸੀਂ ਜ਼ਮੀਨ 'ਤੇ ਪੈਰ ਨਹੀਂ ਹੇਠਾਂ ਲਾਉਂਦੇ, ਬਿਸਤਰ 'ਤੇ ਪੈ ਪਏ ਆਵਾਜ਼ਾਂ ਦਿੰਦੇ ਕੋਈ ਭਾਈ ਆਲਾ ਠੀਕ ਹੈ, ਬਾਹਰ ਮੀਂਹ ਪੈਂਦਾ, ਕਣੀਆਂ ਪੈਂਦਾ, ਚਿਪ ਚਿਪ ਹੁੰਦੀ ਪਈ ਹੈ, ਅਤੇ ਗਲੀ 'ਚੋਂ ਆਵਾਜ਼ ਕੀ ਆਉਂਦੀ ਹੈ? ਨਾਲੀਆਂ ਸਾਫ਼ ਕਰਾ ਲਓ, ਸੀਵਰ ਸਾਫ਼ ਕਰਾ ਲਓ। क्षमा करना, मैं किसी के किरम ते व्याख्या नहीं है, पर वो सवेरे उठदा ही ये सोच के तुरदा है भी किसी की नाली बंद होनी है, किस का सीवर बंद होना है, तो मैं साफ़ करूँगा, मैंने 4 पैसे मिलणगे। जिथे तुसीं जाके राजी नहीं, उहदे विच उतर जांदा है। ते संसार के इस सिस्टम नूं चलाउण वास्ते सब कुछ जरूरी है। जे अत उत्तम प्रकृति का हीरा जरूरी है, तो नखिद कोयला भी जरूरी है। ਅਸੀਂ ਹੀਰੇ ਨੂੰ ਪ੍ਰੇਮ ਕਰਦੇ ਹਾਂ, ਹੀਰੇ ਦੀ ਵੈਲਿਊ ਪਾਉਂਦੇ ਹਾਂ, ਪਰ ਸੱਚ ਚਾਨਣਾ ਹੀਰੇ ਨੂੰ ਹੀਰੇ ਤੱਕ ਪਹੁੰਚਾਉਣ ਵਾਸਤੇ, ਹੀਰੇ ਦੇ ਰੂਪ ਤਰਾਸ਼ਣ ਵਾਸਤੇ ਕੋਲਾ ਅਤ ਜ਼ਰੂਰੀ ਹੈ। ਜੇ ਕੋਲਾ ਨਾ ਹੁੰਦਾ ਤਾਂ ਹੀਰਾ ਵੀ ਨਾ ਹੁੰਦਾ। ਸੰਸਾਰ ਵਿੱਚ ਸਭ ਕੁਝ ਜ਼ਰੂਰੀ ਹੈ। ਜੇ ਸਿਰ 'ਤੇ ਸੋਹਣੀ ਦਸਤਾਰ ਹੈ ਤਾਂ ਪੈਰੀਂ ਪਾਈ ਚੱਪਲ ਵੀ 'ਤੇ ਹੈ ਨਾ। ਜਿਤਨੀ ਲੋੜੀਂਦੀ ਤੁਹਾਨੂੰ ਸਿਰ 'ਤੇ ਪਾਈ ਹੋਈ ਦਸਤਾਰ ਹੈ ਸਾਫ਼ ਸੁਥਰੀ, ਯਾਦ ਰੱਖਣਾ ਉਤਨੀ ਜ਼ਰੂਰੀ ਚੱਪਲ ਵੀ 'ਤੇ ਹੈ। ਜੇ ਚੱਪਲ ਨਾ ਹੁੰਦੀ ਤਾਂ ਤੁਹਾਨੂੰ ਚਿੱਕੜ ਤੋਂ ਕੌਣ ਬਚਾਉਂਦਾ? ਇਸ ਕਰਕੇ ਕੁਦਰਤ ਵਿੱਚ ਜੋ ਕੁਛ ਵੀ ਹੈ ਉਹਦੀ ਆਪਣੀ ਇੱਕ ਅਹਿਮੀਅਤ ਹੈ, ਉਹਦੀ ਆਪਣੀ ਇੱਕ ਵੈਲਿਊ ਹੈ। ਤਾਂ ਹੀ ਤਾਂ ਧਰਮ ਕਹਿੰਦਾ ਹੈ ਵੀ ਹਰ ਇੱਕ ਨੂੰ ਬਰਾਬਰ ਦੀ ਨਜ਼ਰ ਨਾ ਦੇਖੋ। ਬਰਾਬਰ ਦਾ ਵਿਆਖਿਆ ਅਸੀਂ ਹੋਰ ਕਰ ਬੈਠੇ। ਬਰਾਬਰ ਦਾ ਮਤਲਬ ਹੈ ਕਿ ਜੋ ਜਿੱਥੇ ਹੈ ਉਸ ਨੂੰ ਦੀ ਹੈਸੀਅਤ ਦੇ ਦਿਓ, ਉਸ ਨੂੰ ਦਾ ਹੱਕ ਦੇ ਦਿਓ। ਮਹਾਰਾਜ ਕਹਿਣ ਲੱਗੇ ਕਰ ਵੇਖੈ, ਉਸ ਕਰਤਾ ਪੁਰਖ ਕਰਕੇ ਵੇਖਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਦਾ ਚੁਣਾਓ, ਦੋਈ ਕੁਦਰਤ ਸਾਜੇ ਕਰ ਆਸਣ ਡਿਠੋ ਚਾਓ। ਤਿਸ ਜੇਵੜ ਅਵਰ ਨਾ ਕੋਈ ਚੇਤ ਰੱਖਣਾ, ਉਹਦੇ ਨਿਜ਼ਾਮ ਵਰਗਾ ਕਿਸੇ ਦਾ ਨਿਜ਼ਾਮ ਨਹੀਂ ਹੈ। ਉਹਦੇ ਹੁਕਮੀ ਸਲਤਨਤ ਵਰਗੀ ਕਿਸੇ ਦੀ ਸਲਤਨਤ ਨਹੀਂ। ਦੁਨੀਆ ਦੇ ਸਲਤਨਤ ਤਮਾਮ ਖਾਮੀਆਂ ਅਤੇ ਕਮੀਆਂ ਹੋਣਗੀਆਂ, ਪਰ ਕੁਦਰਤ ਵਿੱਚ ਕੋਈ ਖਾਮੀ ਨਹੀਂ ਕੱਢ ਪਾਏਗਾ, ਕਿਉਂਕਿ ਹਰ ਚੀਜ਼ ਦੂਜੀ ਵਾਸਤੇ ਜ਼ਰੂਰੀ ਹੈ। ਹਜ਼ਾਰਾਂ ਪੁਰਜੇ ਜੋੜ ਕੇ ਇੱਕ ਮਸ਼ੀਨ ਬਣਦੀ ਹੈ ਨਾ, ਅਤੇ ਵਿੱਚੋਂ ਇੱਕ ਛੋਟਾ ਜਿਹਾ ਪੁਰਜਾ ਮਿਸ ਹੋ ਜਾਏ ਅਤੇ ਲੱਖਾਂ ਰੁਪਏ ਦੀ ਮਸ਼ੀਨ ਬੇਕਾਰ ਹੈ। ਉਸ ਪੁਰਜੇ ਦੀ ਕੀਮਤ 2 ਰੁਪਏ ਹੋ ਸਕਦੀ ਹੈ, ਪਰ ਮਸ਼ੀਨ ਨਹੀਂ ਚੱਲਦੀ। ਸੰਸਾਰ ਨੂੰ ਚਲਾਉਣ ਵਾਸਤੇ ਨੀਵੇਂ ਤੋਂ ਨੀਵੇਂ ਜੀ ਅਤੇ ਉੱਤਮ ਪ੍ਰਕਿਰਤੀ ਦੇ ਜੀ ਚਾਹੀਦੇ ਨੇ। ਵੇਖਦਾ ਹੈ ਕਿਉਂਕਿ ਉਹਦਾ ਨਿਜ਼ਾਮ ਆਪਣਾ ਹੈ। ਇਸ ਕਰਕੇ ਸਮਝ ਸਕੀਏ, ਗੁਰਮੁਖ ਬਣਨ ਦਾ ਮਤਲਬ ਸਾਰੀ ਦ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਨੂੰ ਸਮਝ ਸਕੀਏ। ਮਨਮੁਖ ਅੰਧਾ ਤਪ ਤਪ ਖਪੈ। ਮਨਮੁਖ ਕੌਣ ਹੈ? ਜੋ ਵੇਖਦਾ ਅਤੇ ਕਲਪਦਾ ਹੈ, ਸ਼ੁਕਰਾਨਾ ਨਹੀਂ ਕਰਦਾ। ਹੋਣਾ ਤਾਂ ਉਹੀ ਜੋ ਕਰਤੇ ਦੇ ਨਿਜ਼ਾਮ ਮੁਤਾਬਕ ਹੈ, ਹੋਣਾ ਤਾਂ ਉਹੀ ਜੋ ਹੁਕਮ ਮੁਤਾਬਕ ਹੈ, ਵਰਤਣਾ ਵੀ ਉਹੀ ਅਤੇ ਵਰਤ ਵੀ ਉਹੀ ਰਿਹਾ। ਗੁਰਮੁਖ ਸ਼ੁਕਰਾਨਾ ਕਰਦਾ, ਸੱਚੇ ਪਾਤਸ਼ਾਹ ਸ਼ੁਕਰ ਤੇਰਾ, ਤੈਨੂੰ ਇੱਦਾਂ ਚੰਗੇ। ਸਾਨੂੰ ਪਤਾ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ। ਅਤੇ ਮਨਮੁਖ ਹੀ ਕਹਿੰਦਾ ਨਹੀਂ ਨਹੀਂ ਇੱਦਾਂ ਨਹੀਂ, ਇੱਦਾਂ ਚਾਹੀਦਾ ਸੀ, ਜਿਵੇਂ ਮੈਨੂੰ ਚੰਗਾ ਲੱਗਦਾ ਇੱਦਾਂ ਕਰੋ। ਇਸੇ ਕਰਕੇ ਤਪਦਾ ਅਤੇ ਖਪਦਾ। ਅਤੇ ਜਦੋਂ ਮਨਮੁਖ ਦੇ ਅੰਦਰੋਂ ਬਾਣੀ ਵਿਸਰ ਜਾਂਦੀ ਹੈ ਅਤੇ ਪੜ੍ਹਿਆ ਨਾ ਜਾਏ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬੁੱਲੇ। ਅੱਜ ਕਹਿਣ ਲੱਗੇ ਮਨਮੁਖ ਅੰਧਾ ਤਪ ਤਪ ਖਪੈ, ਪਰ ਚੇਤਨਾ ਬਿਨ ਸ਼ਬਦੈ ਸ਼ਾਂਤ ਨਾ ਆਈ। ਸ਼ਬਦ ਦਾ ਭਾਵ ਗੁਰੂ ਕੇ ਹੁਕਮ ਤੋਂ ਬਿਨਾਂ ਸ਼ਾਂਤੀ ਨਹੀਂ ਜਿਉਂਦੀ। ਇਸ ਕਰਕੇ ਨਾਨਕ ਬਿਨ ਨਾਵੇਂ ਸਭ ਕੋਈ ਭੁੱਲਾ। ਨਾਮ ਤੋਂ ਬਿਨਾਂ ਜਨਾ ਸੰਸਾਰ ਭੁੱਲਾ ਫਿਰਦਾ ਹੈ। ਮਾਇਆ ਤੇ ਮਾਇਆ ਦੇ ਉਹ 'ਚ ਪਿਆ, ਮਾਇਆ ਮੋਹ ਖਵਾਈ, ਅਤੇ ਮਾਇਆ ਤੇ ਮਾਇਆ ਦੇ ਉਹ 'ਚ ਖੱਚ ਤੋਂ ਪਿਆ।
ਖੁਆਰ ਹੋ ਰਿਹਾ ਹੈ, ਬਰਬਾਦ ਹੋ ਰਿਹਾ, ਪਲਚਾ ਰਿਹਾ ਹੈ, ਪਲਚ ਰਿਹਾ। ਗੁਰਦੇਵ ਕਿਰਪਾ ਕਰਨ, ਅਸੀਂ ਬਾਣੀ ਪੜ੍ਹਨ ਵਾਲੇ, ਸੁਣਨ ਵਾਲੇ, ਗੁਰੂ ਨਾਨਕ ਦੇ ਸਿੱਖ ਮਾਇਆ ਤੇ ਮਾਇਆ ਦੇ ਮੋਹ ਦੀ ਸਮਝ ਰੱਖੀਏ ਅਤੇ ਸਮਝ ਕੇ ਇਸ ਤੋਂ ਬਚ ਕੇ ਆਪਣਾ ਰਾਹ ਤੈਅ ਕਰ ਸਕੀਏ, ਤਾਂ ਕਿ ਅਸੀਂ ਇਸੇ ਪ੍ਰਭਾਵ ਤੋਂ, ਦੁਸ਼ਪ੍ਰਭਾਵ ਤੋਂ ਬਚ ਸਕੀਏ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਤੇ ਨਫ਼ਰਤ ਤੇ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।